ਸਤਿ ਸ਼੍ਰੀ ਅਕਾਲ ਜੀ। ਮੈਂ ਡਾਕਟਰ ਸੁਲੇਮਾਨ ਸਿੰਘ। ਇਸ ਵਕਤ ਕਰੋਨਾ ਵਾਇਰਸ ਦੀ ਫਰਟੀਲਿਟੀ ਰੇਟ ਜੇ ਆਪਾਂ ਜੌਨ ਹੌਪਕਿੰਸ ਦੀ ਵੈਬਸਾਈਟ ਤੋਂ ਵੇਖੀਏ ਤੇ ਕੈਲਕੂਲੇਟ ਕਰੀਏ ਤੇ 6.84% ਬਣਦੀ ਆ। ਇਹਦਾ ਮਤਲਬ ਕਿ ਹਰ ਇੱਕ 100 ਲੋਕਾਂ ਵਿੱਚੋਂ 7 ਲੋਕ ਇਸ ਵੇਲੇ ਕਰੋਨਾ ਵਾਇਰਸ ਦੇ ਕਰਕੇ ਮਰ ਰਹੇ ਨੇ। ਤੇ ਜੇ ਆਪਾਂ ਵਾਪਸ ਜਾਈਏ 2 ਮਹੀਨੇ ਪਹਿਲਾਂ ਤੇ ਜੋ ਰਿਸਰਚ ਉਦੋਂ ਬਾਹਰ ਆਈ ਸੀ ਉਹ ਸਾਰੇ ਇਹੋ ਹੀ ਕਹਿੰਦੇ ਸੀ ਕਿ ਇਸ ਵਾਇਰਸ ਦਾ ਮੋਰਟੈਲਿਟੀ ਰੇਟ ਜਾਂ ਕਿੰਨੇ ਲੋਕਾਂ ਨੂੰ ਹਰ ਇੱਕ 100 ਚੋਂ 2 ਲੋਕਾਂ ਨੂੰ ਮਾਰਦੀ ਹੈ। ਹੁਣ ਇਹਦੇ ਵਿੱਚ ਦੋ ਚੀਜ਼ਾਂ ਨੇ, ਜਾਂ ਤੇ ਸਾਡੇ ਹਸਪੀਟਲ ਇੰਨੇ ਜ਼ਿਆਦਾ ਓਵਰਵੈਲਮ ਹੋ ਗਏ ਆ, ਉਹਨਾਂ ਕੋਲ ਇੰਨੀਆਂ ਘੱਟ ਸਪਲਾਈਆਂ ਵਾ ਤੇ ਇੰਨੇ ਜ਼ਿਆਦਾ ਪੇਸ਼ੈਂਟ ਵੱਧ ਗਏ ਆ ਕਿ ਇਸ ਵਾਇਰਸ ਦੇ ਨਾਲ ਹੁਣ ਜ਼ਿਆਦਾ ਲੋਕ ਮਰ ਰਹੇ ਨੇ, ਤੇ ਜਾਂ ਫਿਰ ਇੰਨੇ ਜਿਹੜੀ ਆਪਾਂ ਟੈਸਟਿੰਗ ਆ ਉਹ ਇੰਨੀ ਜ਼ਿਆਦਾ ਘੱਟ ਆ ਤੇ ਜਿਹੜੇ ਲੋਕ ਕਰੋਨਾ ਵਾਇਰਸ ਨਾਲ ਤੁਰੇ ਫਿਰ ਰਹੇ ਨੇ ਉਹ ਆਪਣੇ ਰਿਪੋਰਟਡ ਨੰਬਰਸ ਤੋਂ ਸ਼ਾਇਦ 5 ਜਾਂ 6 ਗੁਣਾ ਜ਼ਿਆਦਾ ਨੇ। ਸੋ ਇਹਨਾਂ ਦੋਵਾਂ ਚੋਂ ਇੱਕ ਗੱਲ ਆ। ਪਰ ਜੋ ਵੀ ਆ, ਇਸ ਟਾਈਮ ਤੇ ਅਮਰੀਕਾ ਵਿੱਚ ਮੋਰ ਦੈਨ 7.5 ਲੱਖ ਲੋਕਾਂ ਨੂੰ ਕਰੋਨਾ ਵਾਇਰਸ ਦੇ ਸ਼ਿਕਾਰ ਹੋਏ ਨੇ, ਕੋਵਿਡ ਡਿਜ਼ੀਜ਼ ਦੇ ਨਾਲ ਪਾਏ ਗਏ ਨੇ। ਇਹਨੂੰ ਕੰਪੇਅਰ ਕਰੀਏ ਦੁਨੀਆ ਵਿੱਚ ਇਸ ਵੇਲੇ 23 ਲੱਖ ਲੋਕ ਜਿਹੜੇ ਕਿ ਕਰੋਨਾ ਵਾਇਰਸ ਦੇ ਸ਼ਿਕਾਰ ਹੋ ਚੁੱਕੇ ਨੇ ਤੇ 1,60,000 ਤੋਂ ਵੱਧ ਲੋਕ ਇਸ ਬਿਮਾਰੀ ਨਾਲ ਲੜ ਨਹੀਂ ਸਕੇ ਤੇ ਇਸ ਦੁਨੀਆ ਨੂੰ ਛੱਡ ਗਏ ਨੇ। ਤੇ ਇੰਡੀਆ ਵਿੱਚ ਇਸ ਵੇਲੇ 16,000 ਤੋਂ ਵੱਧ ਗਿਣਤੀ ਦੇ ਲੋਕ ਇਸ ਬਿਮਾਰੀ ਨਾਲ ਜੂਝ ਰਹੇ ਨੇ। ਸੋ ਕਾਫੀ ਇਸ ਟਾਈਮ ਤੇ ਜਦੋਂ ਕਿ ਇਹੋ ਜਿਹੀ ਬਿਮਾਰੀ ਕਦੀ ਆਉਂਦੀ ਆ ਤੇ ਉਦੋਂ ਸਭ ਤੋਂ ਵੱਡਾ ਕੁਐਸਚਨ ਲੋਕਾਂ ਦੇ ਵਿੱਚ ਇਹੋ ਹੀ ਹੁੰਦਾ ਹੈ ਕਿ ਕਿਹੜੀਆਂ ਮੈਡੀਕੇਸ਼ਨਸ ਨੇ ਜਿਹੜੀਆਂ ਇਸ ਬਿਮਾਰੀ ਦੇ ਲਈ ਕੰਮ ਕਰ ਰਹੀਆਂ ਨੇ, ਜਾਂ ਕਿਹੜੀਆਂ ਮੈਡੀਕੇਸ਼ਨਸ ਨੇ ਜਿਹੜੀਆਂ ਸ਼ਾਇਦ ਆਉਣ ਵਾਲੇ ਟਾਈਮ 'ਚ ਇਸ ਬਿਮਾਰੀ ਨਾਲ ਲੜ ਸਕਣਗੀਆਂ, ਜਾਂ ਵੈਕਸੀਨ ਹੋਈ। ਸੋ ਇਹ ਇੱਕ ਕੁਐਸਚਨ ਹੈ ਜਿਹੜਾ ਕਿ ਆਪਾਂ ਅੱਜ ਸ਼ੋਅ ਤੇ ਡਿਸਕਸ ਕਰਾਂਗੇ। ਤੇ ਦੂਜਾ ਇੰਪੋਰਟੈਂਟ ਕੁਐਸਚਨ ਜਿਹੜਾ ਕਿ ਮੈਨੂੰ ਰੋਜ਼ ਹੀ ਆਲਮੋਸਟ ਪੁੱਛਿਆ ਜਾ ਰਿਹਾ ਹੈ, ਈਵਨ ਮੇਰੇ ਆਪਣੇ ਪੇਰੈਂਟਸ ਇਹ ਕੁਐਸਚਨ ਮੈਨੂੰ ਕਰਦੇ ਨੇ ਕਿ ਕਦੋਂ ਆਪਣੀ ਲਾਈਫ ਜਿਹੜੀ ਉਹ ਨੋਰਮਲ ਹੋਊਗੀ, ਕਦੋਂ ਉਹ ਆਪਣਾ ਬਿਜ਼ਨਸ ਖੋਲ੍ਹ ਸਕਣਗੇ ਜਿੱਦਾਂ ਕਿ ਉਹ ਪਹਿਲਾਂ ਖੋਲ੍ਹਦੇ ਸੀ। ਸੋ ਆਈ ਥਿੰਕ ਇਹ ਦੋ ਇੰਪੋਰਟੈਂਟ ਟੌਪਿਕਸ ਅੱਜ ਆਪਾਂ ਡਿਸਕਸ ਕਰਾਂਗੇ। ਸੋ ਪਹਿਲੀ ਗੱਲ ਕਿ ਜਿਹੜੀ ਮੈਡੀਕੇਸ਼ਨਸ ਦੀ, ਹੁਣ ਜਿੱਦਾਂ ਵੀ ਜੇ ਕੋਈ ਤੁਸੀਂ ਨਿਊਜ਼ਪੇਪਰ ਪੜ੍ਹਦੇ ਜੋ ਜਾਂ ਕੋਈ TV ਚੈਨਲ ਵੇਖਦੇ ਜੋ, ਉਹਦੇ ਵਿੱਚ ਹਰ ਇੱਕ ਨਿਊਜ਼ ਚੈਨਲ 'ਚ ਕਲੀਨਿਕਲ ਟਰਾਇਲਸ ਦੀ ਗੱਲ ਹੁੰਦੀ ਆ ਕਿ ਮੈਡੀਕੇਸ਼ਨਸ ਆ ਗਈਆਂ ਨੇ ਤੇ ਕੰਮ ਕਰਦੀਆਂ ਨੇ ਪਰ ਇਸ ਵੇਲੇ ਕਲੀਨਿਕਲ ਟਰਾਇਲਸ ਵਿੱਚ ਨੇ। ਸੋ ਮੈਂ ਆਪਣੇ ਦਰਸ਼ਕਾਂ ਨੂੰ ਥੋੜ੍ਹਾ ਸਾ ਜਾਣਕਾਰ ਕਰਾਉਣਾ ਚਾਹੁੰਦਾ ਹਾਂ ਕਲੀਨਿਕਲ ਟਰਾਇਲਸ ਦੇ ਨਾਲ ਕਿ ਕਲੀਨਿਕਲ ਟਰਾਇਲਸ ਹੁੰਦੇ ਕੀ ਆ, ਕਿ ਡਿਫਰੈਂਟ ਫੇਜ਼ਿਸ ਦੇ ਉਹ ਜਿਨ੍ਹਾਂ ਨੂੰ ਅਸੀਂ ਡਿਵਾਈਡ ਕਰਦੇ ਹਾਂ ਉਹ ਕਿੱਦਾਂ ਡਿਵਾਈਡ ਕਰਦੇ ਹਾਂ। ਸੋ ਮੈਂ ਪਹਿਲਾਂ ਦੱਸਦਾ ਕਿ ਕੋਈ ਵੀ ਕਲੀਨਿਕਲ ਟਰਾਇਲ ਦਾ ਰੀਜ਼ਨ ਇਹ ਹੁੰਦਾ ਕਿ ਇੱਕ ਆਈਡੀਆ, ਕਿਸੇ ਦਾ ਵੀ ਇੱਕ ਆਈਡੀਆ ਤੋਂ ਕਲੀਨਿਕਲ ਪ੍ਰੈਕਟਿਸ ਵਿੱਚ ਲੈ ਕੇ ਜਾਣਾ, ਹਸਪੀਟਲ ਤੱਕ ਪਹੁੰਚਾਉਣਾ, ਭਾਵੇਂ ਉਹ ਦਵਾਈ ਆ, ਭਾਵੇਂ ਕੋਈ ਪ੍ਰੋਸੀਜਰ ਆ, ਭਾਵੇਂ ਉਹ ਕੋਈ ਸਰਜਰੀ ਆ, ਕੋਈ ਵੀ ਐਸੀ ਮੈਡੀਕਲ ਟੈਕਨੀਕ ਜਾਂ ਕੋਈ ਦਵਾਈ ਜਾਂ ਵੈਕਸੀਨ ਜਿਹੜੀ ਕਿ ਇੱਕ ਆਈਡੀਆ ਸੀ ਉਹਨੂੰ ਕਲੀਨਿਕਲ ਪ੍ਰੈਕਟਿਸ ਤੱਕ ਲੈ ਕੇ ਜਾਣਾ, ਉਹ ਕਲੀਨਿਕਲ ਟਰਾਇਲ ਦੇ ਥਰੂ ਹੀ ਜਾ ਸਕਦੀ ਆ। ਤੇ ਦੂਜੀ ਗੱਲ, ਹਰ ਇੱਕ 1000 ਮੈਡੀਕੇਸ਼ਨਾਂ ਵਿੱਚੋਂ ਮੇਬੀ ਇਹਨਾਂ ਤੋਂ ਵੀ ਵੱਧ ਮੈਡੀਕੇਸ਼ਨਾਂ 'ਚੋਂ ਇੱਕ ਮੈਡੀਕੇਸ਼ਨ ਇਹ ਸਾਰੇ ਕਲੀਨਿਕਲ ਟਰਾਇਲਸ 'ਚੋਂ ਨਿਕਲ ਕੇ ਬਾਹਰ ਆਉਂਦੀ ਆ। ਸੋ ਕਲੀਨਿਕਲ ਟਰਾਇਲਸ ਬੇਸਿਕਲੀ ਸਕਰੂਟਨਾਈਜ਼ ਕਰਦੇ ਆ ਹਰ ਇੱਕ ਮੈਡੀਕੇਸ਼ਨ ਨੂੰ, ਉਹਨੂੰ ਵੇਖਦੇ ਆ ਕਿ ਇਹਦੇ ਗੁੱਡ ਇਫੈਕਟਸ ਕੀ ਨੇ, ਇਹਦੇ ਬੈਡ ਇਫੈਕਟਸ ਕੀ ਨੇ, ਤੇ ਉਹ ਸਾਰਾ ਕੁਝ ਕੰਪੇਅਰ ਕਰਕੇ ਹੀ ਜੇ ਉਹਦੇ ਗੁੱਡ ਇਫੈਕਟਸ ਬੈਡ ਇਫੈਕਟਸ ਤੋਂ ਜ਼ਿਆਦਾ ਹੁੰਦੇ ਨੇ ਤੇ ਉਹਨੂੰ ਬਾਹਰ ਪਬਲਿਕ ਤੱਕ ਲੈ ਕੇ ਆਉਂਦੇ ਆ। ਸੋ ਕਲੀਨਿਕਲ ਟਰਾਇਲਸ ਨੂੰ ਅਸੀਂ ਨਾਰਮਲੀ 5 ਫੇਜ਼ਾਂ ਵਿੱਚ ਡਿਵਾਈਡ ਕਰਦੇ ਹਾਂ। ਇੱਕ ਪਹਿਲਾ ਫੇਜ਼ ਹੁੰਦਾ ਹੈ ਪ੍ਰੀ ਕਲੀਨਿਕਲ ਫੇਜ਼, ਜਿਹੜਾ ਕਿ ਹਿਊਮਨਸ ਦੇ ਉੱਪਰ ਨਹੀਂ ਹੁੰਦਾ, ਉਹ ਲੈਬ ਵਿੱਚ ਕੀਤਾ ਜਾਂਦਾ ਕਿ ਜਿੱਥੇ ਅਸੀਂ ਭਾਵੇਂ ਉਹ ਪੀਟਰੀ ਡਿਸ਼ ਵਿੱਚ, ਭਾਵੇਂ ਉਹ ਟੈਸਟ ਟਿਊਬ ਵਿੱਚ, ਭਾਵੇਂ ਉਹ ਰੈਟਸ ਦੇ ਉੱਤੇ, ਤੇ ਉਹ ਡਰੱਗ ਨੂੰ ਬਣਾਉਂਦੇ ਆ, ਉਹਨੂੰ ਵੇਖਦੇ ਆ ਕਿ ਉਹ ਕਿੱਦਾਂ ਮੈਟਾਬਲਾਈਜ਼ ਹੁੰਦਾ ਸਰੀਰ ਦੇ ਵਿੱਚ, ਉਹ ਸਾਰਾ ਕੁਝ ਪ੍ਰੀ ਕਲੀਨਿਕਲ ਹੁੰਦਾ। ਫਿਰ ਇੱਕ ਫੇਜ਼ 1 ਤੇ ਆਉਂਦਾ। ਫੇਜ਼ 1 ਬਹੁਤ ਹੀ ਘੱਟ ਲੋਕਾਂ ਦੇ ਉੱਪਰ ਕੀਤਾ ਜਾਂਦਾ। ਯੂਜਲੀ ਇਹਦੇ ਵਿੱਚ ਅਸੀਂ ਸੇਫਟੀ, ਡਰੱਗ ਦੀ ਸੇਫਟੀ ਵੇਖਦੇ ਹਾਂ ਤੇ ਡਰੱਗ ਦੀ ਰਾਈਟ ਡੋਸਿੰਗ ਵੇਖਦੇ ਹਾਂ। ਇਹ ਕੁਛ ਮਹੀਨੇ ਚੱਲਦੀ ਆ, ਕਈ ਵਾਰੀ 1 ਸਾਲ ਤੱਕ ਵੀ ਚੱਲ ਸਕਦੀ ਆ। ਤੇ ਜਿਹੜੇ ਡਰੱਗ ਇਹ ਫੇਜ਼ ਤੋਂ ਪਾਸ ਹੁੰਦੇ ਆ ਉਹ ਫੇਜ਼ 2 ਵਿੱਚ ਜਾਂਦੇ ਆ। ਫੇਜ਼ 2 ਵਿੱਚ ਪੇਸ਼ੈਂਟਸ ਥੋੜ੍ਹੇ ਜਿਹੇ ਵਧਾ ਦਿੱਤੇ ਜਾਂਦੇ ਨੇ, ਜਿੱਦਾਂ 100 ਤੋਂ 300 ਪੇਸ਼ੈਂਟ ਹੁੰਦਾ। ਫੇਜ਼ 2 ਵਿੱਚ ਅਸੀਂ ਡਰੱਗ ਦੀ ਇਫੈਕਟਿਵਨੈਸ ਵੇਖਦੇ ਹਾਂ ਕਿ ਉਹ ਕਿੰਨਾ ਕੁ ਵਧੀਆ ਕੰਮ ਕਰਦੀ ਆ। ਤੇ ਜਿਹੜੀ ਉਹ ਤੋਂ ਵੀ ਇੰਪੋਰਟੈਂਟ ਚੀਜ਼ ਜਿਹੜੀ ਵੇਖਦੇ ਹਾਂ ਸਾਈਡ ਇਫੈਕਟਸ, ਕਿਉਂਕਿ ਕੋਈ ਵੀ ਮੈਡੀਕੇਸ਼ਨ ਆਉਂਦੀ ਹੈ ਸਭ ਤੋਂ ਪਹਿਲਾਂ ਸਾਨੂੰ ਪਤਾ ਹੋਣਾ ਚਾਹੀਦਾ ਕਿ ਉਹਦੇ ਸਾਈਡ ਇਫੈਕਟਸ ਤੇ ਨਹੀਂ ਮਾੜੇ,
ਸੋ ਫੇਜ਼ 2 ਵਿੱਚ ਅਸੀਂ ਸਾਈਡ ਇਫੈਕਟਸ ਵੱਲ ਬਹੁਤ ਧਿਆਨ ਰੱਖਦੇ ਹਾਂ ਤੇ ਮੋਸਟ ਆਫ ਦਾ ਡਰੱਗਸ ਜਿਹੜੇ ਫੇਜ਼ 1 ਫੇਜ਼ 2 ਵਿੱਚ ਆਉਂਦੇ ਨੇ ਤੇ ਮੇਬੀ 30% ਹੀ ਫੇਜ਼ 3 ਤੱਕ ਪਹੁੰਚਦੇ ਆ। ਫੇਜ਼ 3 ਇੱਥੇ ਬਹੁਤ ਹੀ ਜ਼ਿਆਦਾ ਪਾਰਟਿਸਿਪੈਂਟਸ ਹੁੰਦੇ ਨੇ, ਯੂਜਲੀ ਮਰੀਜ਼ ਜਿਨ੍ਹਾਂ ਨੂੰ ਕੋਈ ਪ੍ਰੋਬਲਮ ਹੁੰਦੀ ਹੈ ਅੰਡਰਲਾਈਨਿੰਗ ਉਹ ਹੁੰਦੇ ਨੇ, ਜਿੱਥੇ ਅਸੀਂ ਜਾਂ ਤੇ ਜਿਹੜਾ ਕਿ ਉਸ ਟਾਈਮ ਤੇ ਉਸ ਬਿਮਾਰੀ ਨੂੰ ਟੈਕਲ ਕਰਨ ਲਈ ਡਰੱਗ ਹੁੰਦਾ ਮੇਨ ਡਰੱਗ ਉਹਦੇ ਨਾਲ ਕੰਪੇਅਰ ਕਰਦੇ ਹਾਂ, ਜਾਂ ਜਿੱਥੇ ਕਿ ਨਵੀਂ ਬਿਮਾਰੀ ਜਿੱਦਾਂ ਕਰੋਨਾ ਵਾਇਰਸ ਹੋਈ ਉਹਦੇ ਲਈ ਹਜੇ ਤੱਕ ਕੋਈ ਵੀ ਮੈਡੀਕੇਸ਼ਨ ਨਹੀਂ, ਤੇ ਫਿਰ ਅਸੀਂ ਪਲੇਸੀਬੋ ਜਿਵੇਂ ਸ਼ੂਗਰ ਦੀ ਗੋਲੀ ਮਤਲਬ ਕਿ ਖੰਡ ਦੀ ਗੋਲੀ ਜਿਹਦੇ ਵਿੱਚ ਦਿਮਾਗੀ ਕਿ ਕਿਤੇ ਇਹ ਤਾਂ ਨਹੀਂ ਕਿ ਬਸ ਦਿਮਾਗੀ ਬੰਦਾ ਠੀਕ ਹੋ ਗਿਆ, ਉਹਦੇ ਨਾਲ ਟੈਸਟ ਕਰਦੇ ਜਿਹਨੂੰ ਅਸੀਂ ਪਲੇਸੀਬੋ ਕਹਿੰਦੇ ਸਾਇੰਸ ਵਿੱਚ। ਸੋ ਇਹ ਫੇਜ਼ 3 ਹੁੰਦਾ, ਇਹਦੇ ਵਿੱਚ ਅਸੀਂ ਡਰੱਗ ਦੀ ਇਫੈਕਟਿਵਨੈਸ ਵੇਖਦੇ ਹਾਂ ਕਿ ਕਿੰਨਾ ਕੁ ਵਧੀਆ ਡਰੱਗ ਕੰਮ ਕਰਦਾ, ਤੇ ਜਿਹੜਾ ਡਰੱਗ ਇਹਨੂੰ ਪ੍ਰੂਵ ਜਿੱਥੇ ਜਿਹੜਾ ਇਸ ਚੀਜ਼ ਦੇ ਉੱਪਰ ਠੀਕ ਨਿਕਲਦਾ, ਸਾਈਡ ਇਫੈਕਟਸ ਕੁਛ ਮਾੜੇ ਨਹੀਂ ਹੁੰਦੇ ਤੇ ਕੰਮ ਵੀ ਵਧੀਆ ਕਰਦਾ ਵੇਖਦਾ, ਉਹਨੂੰ ਫਿਰ FDA ਅਪਰੂਵਲ ਮਿਲ ਜਾਂਦਾ, ਫਿਰ ਉਹ ਮਾਰਕੀਟ ਵਿੱਚ ਲਾਂਚ ਹੋ ਜਾਂਦਾ। ਜਦੋਂ ਡਰੱਗ ਮਾਰਕੀਟ ਵਿੱਚ ਲਾਂਚ ਹੋ ਜਾਂਦਾ ਫਿਰ ਫੇਜ਼ 4 ਕਹਿ ਲਓ, ਉਹ ਬੜੀ ਵੱਡੀ ਮਾਤਰਾ ਤੇ ਲੋਕਾਂ ਦੇ ਉੱਪਰ ਟਰਾਈ ਕੀਤਾ ਜਾਂਦਾ, ਤੇ ਫਿਰ ਹਰ ਇੱਕ ਫੀਡਬੈਕ ਪੇਸ਼ੈਂਟਸ ਦੀ ਵਾਪਸ ਰਿਕਾਰਡ ਕੀਤੀ ਜਾਂਦੀ ਹੈ। ਫਿਰ ਅਸੀਂ ਡਰੱਗ ਦੇ ਸਾਈਡ ਇਫੈਕਟਸ ਤੇ ਕਿੰਨਾ ਕੁ ਵਧੀਆ ਡਰੱਗ ਕੀਤਾ ਉਹ ਸਾਰਾ ਨੋਟ ਡਾਊਨ ਕਰਦੇ ਹਾਂ। ਇੱਦਾਂ ਹੀ ਹੁਣ ਇਸ ਟਾਈਮ ਤੇ ਕਰੋਨਾ ਵਾਇਰਸ ਦੇ ਡਰੱਗਸ ਵੀ ਇੱਦਾਂ ਹੀ ਅਲੱਗ-ਅਲੱਗ ਫੇਜ਼ਸ ਵਿੱਚ ਨਿਕਲ ਰਹੇ ਨੇ। ਹੁਣ ਕਈ ਜਿਹੜੀਆਂ ਮੈਡੀਕੇਸ਼ਨਸ ਨੇ ਜਿੱਦਾਂ ਕਿ ਤੁਹਾਨੂੰ ਸੁਣਨ ਨੂੰ ਆਈਆਂ ਜਿਹੜੀਆਂ ਕਿ ਅੱਗੇ ਕਿਸੇ ਮੈਡੀਕੇਸ਼ਨ ਕਿਸੇ ਬਿਮਾਰੀ ਦੇ ਲਈ ਅਪਰੂਵ ਹੋਈਆਂ ਸੀ, ਸੋ ਉਹਨਾਂ ਨੂੰ ਫੇਜ਼ 1 ਫੇਜ਼ 2 ਦੇ ਵਿੱਚ ਜਾਣ ਦੀ ਲੋੜ ਨਹੀਂ, ਕਿਉਂਕਿ ਉਹਨਾਂ ਦਾ ਸਾਨੂੰ ਅੱਗੇ ਪਤਾ ਕਿ ਇਹਨਾਂ ਦੀ ਸਾਈਡ ਇਫੈਕਟ ਪ੍ਰੋਫਾਈਲ ਕੀ ਆ, ਇਹ ਕਿੰਨਾ ਕੰਮ ਕਰਦੇ ਆ ਉਹਦਾ ਹਿਊਮਨ ਬਾਡੀ ਤੇ, ਸੋ ਉਹਨਾਂ ਨੂੰ ਅਸੀਂ ਕਈ ਵਾਰੀ ਪਾਸ ਔਨ ਕਰਕੇ ਸਿੱਧਾ ਹੀ ਫੇਜ਼ 4 ਵਿੱਚ ਲੈ ਕੇ ਜਾ ਸਕਦੇ ਹਾਂ, ਜ਼ਿਆਦਾ ਲੋਕਾਂ ਵਿੱਚ ਟਰਾਈ ਕਰ ਸਕਦੇ ਹਾਂ, ਜਿੱਦਾਂ ਕਿ ਹੋ ਰਿਹਾ ਹਸਪੀਟਲਸ ਵਿੱਚ ਇਸ ਵੇਲੇ ਆਲਮੋਸਟ 13 ਕਲੀਨਿਕਲ ਟਰਾਇਲਸ ਇਸ ਵੇਲੇ ਜਿਹੜੇ ਕਿ ਫੇਜ਼ 4 ਦੇ ਵਿੱਚ ਨੇ ਕਰੋਨਾ ਵਾਇਰਸ ਦੀ ਮੈਡੀਕੇਸ਼ਨਸ ਦੇ ਨਾਲ। ਸੋ ਇਹ ਸੀ ਕਲੀਨਿਕਲ ਟਰਾਇਲਸ ਦੇ ਉੱਪਰ ਥੋੜਾ ਜਿਹਾ ਬੈਕਗਰਾਉਂਡ। ਸੋ ਨਾਓ ਗੱਲ ਕਰੀਏ ਮੈਡੀਕੇਸ਼ਨਸ ਦੇ ਉੱਪਰ, ਕਿਹੜੀਆਂ ਮੈਡੀਕੇਸ਼ਨਸ ਇਸ ਵੇਲੇ ਮਾਰਕੀਟ ਵਿੱਚ ਨੇ ਜਾਂ ਹਸਪੀਟਲਸ ਵਿੱਚ ਯੂਜ਼ ਹੋ ਰਹੀਆਂ ਨੇ। ਪਹਿਲੀ ਗੱਲ ਤਾਂ ਦੱਸ ਦੇਵਾਂ, ਕੋਈ ਵੀ ਐਸੀ ਮੈਡੀਕੇਸ਼ਨ ਨਹੀਂ ਹੈ ਜਿਹੜੀ ਕਿ ਤੁਸੀਂ ਘਰੇ ਲੈ ਸਕਦੇ ਹੋ। ਸੋ ਮੋਸਟ ਜਿਹੜੀ ਅੱਜ ਮੈਡੀਕੇਸ਼ਨ ਦੀ ਆਪਾਂ ਗੱਲ ਕਰਾਂਗੇ ਉਹ ਸਾਰੀਆਂ ਹੀ ਹਸਪੀਟਲ ਵਿੱਚ ਦਿੱਤੀਆਂ ਜਾ ਰਹੀਆਂ ਨੇ। ਦੂਜੀ ਗੱਲ ਇਹ, ਕਿਸੇ ਵੀ ਮੈਡੀਕੇਸ਼ਨ ਨੇ ਅਜੇ ਤੱਕ ਰੈਂਡਮਾਈਜ਼ ਕੰਟਰੋਲ ਟਰਾਇਲ ਨੂੰ ਪਾਸ ਨਹੀਂ ਕੀਤਾ, ਸੋ ਸਾਰੀਆਂ ਹੀ ਮੈਡੀਕੇਸ਼ਨਸ ਹਜੇ ਤੱਕ ਅੰਡਰ ਰਿਵਿਊ ਨੇ। ਸੋ ਗੱਲ ਇਹ ਆ ਕਿ ਜਿਹੜੀ ਕਰੋਨਾ ਵਾਇਰਸ ਆ ਉਹਨੇ ਆਪਣੇ ਅੰਦਰ ਇੱਕ ਜਿਹੜੀ ਇਨਵਾਇਰਮੈਂਟ ਆਪਣੇ ਸਰੀਰ ਦੀ ਉਹਨੂੰ ਬਹੁਤ ਵਧੀਆ ਲੱਗੀ, ਸੋ ਬੜੀ ਤੇਜ਼ੀ ਨਾਲ ਉਹ ਤੁਹਾਡੇ ਸਰੀਰ ਦੇ ਅੰਦਰ ਆਉਂਦੀ ਆ ਪਹਿਲਾਂ, ਫਿਰ ਲੰਗਸ ਵਿੱਚ ਇੱਕ ACE2 ਰਿਸੈਪਟਰਸ ਹੁੰਦੇ ਨੇ, ਉਹਨੂੰ ਜਿੱਦਾਂ ਇੱਕ ਚਾਬੀ ਤੇ ਲੌਕ ਦੇ ਤਰ੍ਹਾਂ ਜਿੱਦਾਂ ਕਹਿ ਲਓ ਕਿ ਉਹਦੇ ਵਾਇਰਸ ਦੇ ਉੱਪਰ ਪ੍ਰੋਟੀਨਸ ਹੁੰਦੇ ਨੇ ਜਿਹੜੇ ਕਿ ਉਹ ਬੜੇ ਵਧੀਆ ਚਾਬੀ ਦੀ ਤਰ੍ਹਾਂ ਤੁਹਾਡੇ ਸੈੱਲ ਦੇ ਨਾਲ ਆ ਕੇ ਕਨੈਕਟ ਕਰ ਜਾਂਦੀ ਆ ਵਾਇਰਸ, ਫਿਰ ਉਹ ਸੈੱਲ ਦੇ ਅੰਦਰ ਚਲ ਜਾਂਦੀ ਆ, ਅੰਦਰ ਜਾ ਕੇ ਤੁਹਾਡੀ ਹੀ ਮਸ਼ੀਨਰੀ ਯੂਜ਼ ਕਰਕੇ ਉਹ ਮਲਟੀਪਲਾਈ ਕਰਦੀ ਆ, ਤੇ ਉਹ ਮਲਟੀਪਲਾਈ ਕਰਕੇ ਫਿਰ ਬਾਹਰ ਨਿਕਲਦੀ ਆ, ਜਿੱਥੇ ਇੱਕ ਵਾਇਰਸ ਹੀ ਉਹ ਹਜ਼ਾਰਾਂ ਵਾਇਰਸਾਂ ਬਣਾ ਕੇ ਤੇ ਬਾਹਰ ਨਿਕਲਦੀ ਆ, ਨਾਲ ਤੇ ਤੁਹਾਡੇ ਸੈੱਲ ਨੂੰ ਵੀ ਮਾਰ ਦਿੰਦੀ ਆ, ਤੇ ਦੂਜੀ ਗੱਲ ਬਾਕੀ ਹੋਰ ਸੈੱਲਸ ਆਲੇ ਦੁਆਲੇ ਸੈੱਲਸ ਨੂੰ ਅਫੈਕਟ ਕਰਨਾ ਸ਼ੁਰੂ ਕਰ ਦਿੰਦੀ ਆ। ਹੁਣ ਇਹ ਬੈਕਗਰਾਉਂਡ ਮੈਂ ਤੁਹਾਨੂੰ ਇਸ ਲਈ ਦੇ ਰਿਹਾ ਕਿਉਂਕਿ ਜਿਹੜੀਆਂ ਆਪਣੀਆਂ ਮੈਡੀਕੇਸ਼ਨਸ ਨੇ ਉਹ ਮੈਡੀਕੇਸ਼ਨਾਂ ਸਾਰਿਆਂ ਦਾ ਕੰਮ ਕਿਤੇ ਨਾ ਕਿਤੇ ਇਸ ਜਿਹੜਾ ਇਸ ਸਾਈਕਲ ਹੈ ਉਹਨੂੰ ਬ੍ਰੇਕ ਕਰਨ ਤੇ ਲੱਗਦਾ, ਭਾਵੇਂ ਕਿ ਆਪਾਂ ਇੱਕ ਥਾਂ ਤੇ ਸਾਈਕਲ ਬ੍ਰੇਕ ਕਰੀਏ ਜਾਂ ਮਲਟੀਪਲ ਥਾਵਾਂ ਤੇ ਉਹਨੂੰ ਸਾਈਕਲ ਨੂੰ ਬ੍ਰੇਕ ਕਰਨ ਦੀ ਕੋਸ਼ਿਸ਼ ਕਰੀਏ, ਜਿਵੇਂ ਦੋ ਦਵਾਈਆਂ ਇਕੱਠੀਆਂ ਯੂਜ਼ ਕਰਕੇ। ਹੁਣ ਜਿੱਦਾਂ ਕਿ ਜੇ ਕਿਸੇ ਨੂੰ ਪਤਾ ਕਿ ਜਿੱਦਾਂ HIV ਆ, HIV ਵਿੱਚ 3 ਜਾਂ 4 ਦਵਾਈਆਂ ਦਾ ਕੰਬੀਨੇਸ਼ਨ ਦਿੱਤਾ ਜਾਂਦਾ, ਕਿਉਂਕਿ ਕੋਈ ਵੀ ਜਿਹੜੀ ਖਤਰਨਾਕ ਵਾਇਰਸ ਹੁੰਦੀ ਆ ਜਾਂ ਬੈਕਟੀਰੀਅਲ ਇਨਫੈਕਸ਼ਨ ਹੁੰਦੀ ਉਹ 'ਚ ਕਈ ਵਾਰੀ ਇੱਕ ਥਾਂ ਤੇ ਤੁਹਾਡੇ ਹਿੱਟ ਕਰਨਾ ਤੁਸੀਂ ਉਹਨੂੰ ਸਟਾਪ ਨਹੀਂ ਕਰ ਪਾਉਂਦੇ, ਪਰ ਜੇ ਤੁਸੀਂ ਪਹਿਲਾਂ ਉਹਦੀਆਂ ਸਮਝ ਲਓ ਕਹਿ ਲਓ ਕਿ ਲੱਤਾਂ ਤੋੜ ਦਿਓ, ਨਾਲ ਬਾਹਾਂ ਤੋੜ ਦਿਓ, ਨਾਲੇ ਸਿਰ ਭੰਨ ਦਿਓ, ਤੇ ਉਹ ਮਤਲਬ ਕਿ ਮਰ ਜਾਂਦੀ ਚੀਜ਼। ਸੋ ਇਹੋ ਹੀ ਤੁਸੀਂ ਸਮਝ ਲਓ ਕਿ ਅਸੀਂ ਵਾਇਰਸ ਨਾ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜਦੋਂ ਅਸੀਂ ਮਲਟੀਪਲ ਮੈਡੀਕੇਸ਼ਨਸ ਦਿੰਦੇ ਹਾਂ ਕਿ ਨਾਲੇ ਉਹਦੀਆਂ ਲੱਤਾਂ ਭੰਨ ਦਿਓ, ਨਾਲ ਉਹਦੀਆਂ ਬਾਹਾਂ ਭੰਨ ਦਿਓ ਕਿ ਉਹ ਵਿਚਾਰੀ ਤੁਰ ਵੀ ਨਾ ਸਕੇ। ਸੋ ਇਹ ਸਭ ਕੁਝ ਟਰਾਇਲਸ ਵਿੱਚ ਇਸ ਵੇਲੇ ਚੱਲ ਰਿਹਾ। ਸੋ ਇਸ ਟਾਈਮ ਤੇ ਮੈਂ ਤੁਹਾਨੂੰ ਦੱਸਦਾ ਕਿ ਓਵਰ 300 ਕਲੀਨਿਕਲ ਟਰਾਇਲਸ ਹੈ ਜਿਹੜੇ ਇਸ ਵੇਲੇ ਚੱਲ ਰਹੇ ਨੇ ਅਮਰੀਕਾ ਵਿੱਚ ਔਰ ਸਾਰੀ ਦੁਨੀਆ ਵਿੱਚ। ਤੇ ਜੇ ਕੋਈ ਇਹਨਾਂ ਚੋਂ ਮੈਡੀਕੇਸ਼ਨ ਜਿਹੜੀ ਜ਼ਿਆਦਾ ਇਸ ਵੇਲੇ ਬਾਹਰ ਆ ਰਹੀ ਹੈ, ਜਿਹੜੀ ਨਿਊਜ਼ ਵਿੱਚ ਆ ਰਹੀ ਹੈ, ਉਹ ਆ ਰੈਮਡੈਸਿਵੀਰ। ਸੋ ਇਹ ਕਿਉਂ ਆ ਰਹੀ? ਬਿਕਾਜ਼ ਟੈਸਟ ਟਿਊਬ ਵਿੱਚ ਰੈਮਡੈਸਿਵੀਰ ਨੇ ਦਿਖਾਇਆ ਕਿ ਉਹ SARS-CoV-2 ਦੇ ਨੂੰ ਖਤਮ ਕਰ ਦਿੰਦੀ ਆ, ਤੇ ਹਿਊਮਨ ਟਰਾਇਲਸ ਅਜੇ ਚੱਲ ਰਿਹਾ। ਇੱਕ ਅੱਧੀ ਕੇਸ ਰਿਪੋਰਟ ਵੀ ਪੜ੍ਹਨ ਨੂੰ ਆਈ ਸੀ ਜਿੱਥੇ ਵਿੱਚ ਉਹਨਾਂ ਨੇ ਵਿਖਾਇਆ ਸੀ ਕਿ ਰੈਮਡੈਸਿਵੀਰ ਨੇ ਵਧੀਆ ਕੰਮ ਕੀਤਾ। ਸੋ ਇਹ ਡਰੱਗ ਕਿੱਦਾਂ ਕੰਮ ਕਰਦਾ ਕਿ ਇਹ ਜਿਹੜੀ ਜਦੋਂ
ਜਿਹੜੀ ਵਾਇਰਸ ਆ ਉਹ ਤੁਹਾਡੇ ਸੈਲਸ ਦੇ ਅੰਦਰ ਵੜ ਜਾਂਦੀ ਆ ਤੇ ਅੰਦਰ ਜਾ ਕੇ ਉਹਨੇ ਡਿਵਾਈਡ ਕਰਨਾ ਹੁੰਦਾ, ਮਲਟੀਪਲਾਈ ਕਰਨਾ ਹੁੰਦਾ, 1 ਤੋਂ 1000 ਬਣਨਾ ਹੁੰਦਾ, ਉਹਨੂੰ ਉੱਥੇ ਰੋਕਦੀ ਆ। ਉਹ ਜਿਹੜੀ ਤੁਹਾਡੀ ਵਾਇਰਸ ਆ ਉਹਨੂੰ ਉੱਥੇ ਹੀ ਰੋਕ ਦਿੰਦੀ ਕਿ ਉਹ ਮਲਟੀਪਲਾਈ ਨਾ ਹੋ ਸਕੇ। ਤੇ ਹੌਲੀ ਹੌਲੀ ਚਲੋ ਵਾਇਰਸ ਵੀ ਮਰ ਜੂਗੀ, ਨਾਲ ਸੈੱਲ ਵੀ ਮਰ ਜੂਗਾ, ਪਰ ਉਹ ਅੱਗੇ ਨਹੀਂ ਵੱਧ ਸਕੂਗੀ, ਕਿਉਂਕਿ ਇੱਕ ਵਾਇਰਸ ਜਿਹੜੀ ਆ ਉਹ ਡੈਡ ਚੀਜ਼ ਆ। ਉਹ ਫਿਰ ਹੀ ਕੰਮ ਕਰਦੀ ਆ ਜਦੋਂ ਇੱਕ ਵਾਰੀ ਤੁਹਾਡੇ ਸੈੱਲ ਦੇ ਅੰਦਰ ਜਾ ਕੇ ਵੜ ਜਾਏ, ਤੁਹਾਡੀ ਮਸ਼ੀਨਰੀ ਨੂੰ ਤੁਹਾਡੇ ਖਿਲਾਫ ਕਰ ਦਿੰਦੀ ਆ। ਸੋ ਇਹ ਜਿਹੜੀ ਮੈਡੀਕੇਸ਼ਨ ਸੀ ਇਹ ਪਹਿਲੀ ਵਾਰੀ ਅਬੋਲਾ ਦੇ ਅਗੇਂਸਟ ਯੂਜ਼ ਕੀਤੀ ਗਈ ਸੀ, ਕਾਫੀ ਇਫੈਕਟਿਵ ਵੀ ਸੀ। ਤੇ ਦੂਜੀ ਇਹਦੀ ਮੈਡੀਕੇਸ਼ਨ ਦੀ ਵੱਡੀ ਗੱਲ ਇਹ ਹੈ ਕਿ ਇਹਦੇ ਇੰਨੇ ਸਾਈਡ ਇਫੈਕਟ ਨਹੀਂ ਆ, ਇਸ ਲਈ ਕਿ ਸਰਕਾਰ ਨੇ ਇਹਨੂੰ ਇੰਨੀ ਛੇਤੀ ਮਨਜ਼ੂਰੀ ਦੇ ਦਿੱਤੀ ਕਿਉਂਕਿ ਇਹਦੇ ਸਾਈਡ ਇਫੈਕਟਸ ਬਹੁਤ ਘੱਟ ਨੇ। ਸੋ ਜਿੱਦਾਂ ਮੈਂ ਕਿਹਾ ਕਿ ਪਰ ਹਜੇ ਇਹ ਮੈਡੀਕੇਸ਼ਨ ਹੈ ਹਜੇ ਵੀ ਟ੍ਰਾਇਲ ਦੇ ਵਿੱਚ ਆ, ਹਜੇ ਵੇਖਾਂਗੇ ਕਿ ਕਿੰਨਾ ਕੁ ਵਧੀਆ ਕੰਮ ਕਰਦੀ ਆ ਆਉਣ ਵਾਲੇ ਦਿਨਾਂ ਵਿੱਚ। ਦੂਜੀ ਮੈਡੀਕੇਸ਼ਨ ਜਿਹੜੀ ਇਸ ਵੇਲੇ ਪ੍ਰੈਜ਼ੀਡੈਂਟ ਟਰੰਪ ਦੀ ਮੈਂ ਮੈਡੀਕੇਸ਼ਨ ਕਹੂੰਗਾ ਉਹ ਆ ਕਲੋਰੋਕੁਇਨ ਜਾਂ ਹਾਈਡਰੋਕਸੀ ਕਲੋਰੋਕੁਇਨ। ਇਹ ਮੈਡੀਕੇਸ਼ਨ ਆਲਮੋਸਟ ਆਈ ਬਲੀਵ 70 ਸਾਲ ਹੋ ਗਏ ਆ ਮੈਡੀਕੇਸ਼ਨ ਨੂੰ ਮਾਰਕੀਟ ਵਿੱਚ ਲਾਂਚ ਕੀਤੀ ਨੂੰ। ਇਹ ਮੈਡੀਕੇਸ਼ਨ ਮਲੇਰੀਆ ਲਈ, ਰੂਮੇਟਾਇਡ ਆਰਥਰਾਈਟਿਸ ਲਈ, SLE ਲਈ ਯੂਜ਼ ਹੁੰਦੀ ਆ, ਅਦਰ ਆਟੋਮਿਊਨ ਡਿਜ਼ੀਜ਼ ਲਈ ਯੂਜ਼ ਹੁੰਦੀ ਸੀ। ਤੇ ਇਹ ਮੈਡੀਕੇਸ਼ਨ ਨੇ ਵੀ ਟੈਸਟ ਟਿਊਬ ਵਿੱਚ ਮਤਲਬ ਕਿ ਹਿਊਮਨ ਬਾਡੀ ਦੇ ਬਾਹਰ ਇਹ ਵਾਇਰਸ ਨੂੰ ਮਾਰਨ ਦੇ ਵਿੱਚ ਕਾਮਯਾਬ ਹੋਈ ਆ, ਪਰ ਹਜੇ ਤੱਕ ਕੋਈ ਵੀ ਟ੍ਰਾਇਲ ਐਸਾ ਨਹੀਂ ਜਿਹਨੇ ਇਹਨੂੰ ਬਾਹਰ ਵਿਖਾਇਆ ਹੋਵੇ ਕਿ ਇਹ ਬਹੁਤ ਵਧੀਆ ਕੰਮ ਕਰ ਰਹੀ ਆ ਹਿਊਮਨ ਬਾਡੀ ਵਿੱਚ ਵੀ ਉਹੀ। ਸੋ ਇਹ ਵਾਇਰਸ ਕਿੱਦਾਂ ਕੰਮ ਕਰਦੀ ਆ, ਇਹ ਤੁਹਾਡੀ ਜਿਹੜੀ ਵਾਇਰਸ ਆ ਉਹਨੂੰ ਸੈੱਲ ਦੇ ਵਿੱਚ ਵੜਨ ਨਹੀਂ ਦਿੰਦੀ। ਸੋ ਫਸਟ ਸਟੈਪ ਹੀ ਹੁੰਦਾ ਕਿ ਜਿਹੜਾ ਵਾਇਰਸ ਜਿਹੜੀ ਆ ਉਹ ਸੈੱਲ ਦੇ ਅੰਦਰ ਵੜੇ ਤੇ ਇਹ ਉੱਥੇ ਹੀ ਉਹਨੂੰ ਰੋਕ ਦਿੰਦੀ ਆ। ਦੂਜੀ ਗੱਲ ਮੈਂ ਦੱਸਦਾ ਕਿ ਇਹ ਵਾਇਰਸ ਇਹ ਜਿਹੜੀ ਮੈਡੀਕੇਸ਼ਨ ਆ ਕੁਛ ਦੇਸ਼ਾਂ ਵਿੱਚ ਜਾਂ ਕੁਛ ਲੋਕ ਇਹਨੂੰ ਐਜ਼ ਅ ਪ੍ਰੋਫਿਲੈਕਸਿਸ ਵੀ ਲੈ ਰਹੇ ਨੇ, ਮਤਲਬ ਕਿ ਹਜੇ ਵਾਇਰਸ ਹੋਈ ਵੀ ਨਹੀਂ, ਤੁਹਾਨੂੰ ਇਨਫੈਕਸ਼ਨ ਹੋਈ ਵੀ ਨਹੀਂ, ਪਹਿਲਾਂ ਹੀ ਲੈਣੀ ਸ਼ੁਰੂ ਕਰ ਦਿਓ ਕਿ ਸਾਨੂੰ ਇਨਫੈਕਸ਼ਨ ਨਾ ਹੋਵੇ। ਸੋ ਮੈਂ ਦੱਸਦਾ ਕਿ ਇਹ FDA ਇਹਨੂੰ ਅਪਰੂਵ ਨਹੀਂ ਕਰ ਰਿਹਾ, ਇਹਦੇ ਕੋਈ ਵੀ ਸਟੱਡੀ ਨਹੀਂ ਜਿਹਨੇ ਇਹ ਚੀਜ਼ ਨੂੰ ਸਟੱਡੀ ਕੀਤਾ। ਤੁਸੀਂ ਆਪਣੇ ਆਪ ਨੂੰ ਰਿਸਕ ਤੇ ਪਾਉਂਦੇ ਜੋ ਜੇ ਤੁਸੀਂ ਇਹ ਕਰ ਰਹੇ ਜੋ। ਦੂਜੀ ਗੱਲ ਇਹ ਕਿਉਂਕਿ ਲੋਕਾਂ ਨੇ ਮੈਡੀਕੇਸ਼ਨ ਘਰਾਂ 'ਚ ਇਕੱਠੀ ਕਰ ਲਈ ਆ, ਬਹੁਤ ਲੋਕ ਜਿਨ੍ਹਾਂ ਨੂੰ ਇਹ ਮੈਡੀਕੇਸ਼ਨ ਦੀ ਬਹੁਤ ਜ਼ਰੂਰਤ ਸੀ, ਜਿੱਦਾਂ SLE ਦੇ ਪੇਸ਼ੈਂਟ, ਰੂਮੇਟਾਇਡ ਆਰਥਰਾਈਟਿਸ ਦੇ ਪੇਸ਼ੈਂਟ, ਉਹਨਾਂ ਨੂੰ ਹੁਣ ਇਹ ਮੈਡੀਕੇਸ਼ਨ ਦੀ ਕਾਫੀ ਸ਼ੋਰਟੇਜ ਆ ਰਹੀ ਆ। ਤੀਜੀ ਮੈਡੀਕੇਸ਼ਨ ਜਿਹੜੀ ਇਸ ਵੇਲੇ ਕਾਫੀ ਯੂਜ਼ ਹੋ ਰਹੀ ਆ ਉਹ ਆ ਲੋਪਿਨੇਵੀਰ, ਰਿਟੋਨੇਵੀਰ। ਇਹ HIV ਦੀਆਂ ਮੈਡੀਕੇਸ਼ਨ ਸੀ ਤੇ ਇਹ ਵੀ ਜਿਹੜੇ ਵਾਇਰਲ ਨੂੰ ਰੈਪਲੀਕੇਟ ਕਰਨ ਨੂੰ ਮਤਲਬ ਕਿ ਮਲਟੀਪਲਾਈ ਕਰਨ ਨੂੰ ਰੋਕਦੀ ਆ। ਤੇ ਇਹਦਾ ਵੀ ਕਿਉਂਕਿ ਇਹਦੀ ਇਫੈਕਟਿਵਨੈਸ HIV ਦੇ ਅਗੇਂਸਟ ਰਹੀ ਆ, ਇਸ ਲਈ ਇਸ ਵੇਲੇ ਹਿਊਮਨਸ ਵਿੱਚ ਵੀ ਟਰਾਈ ਹੋ ਰਹੀ ਆ। ਪਰ ਮੈਂ ਇਹਦਾ ਵੀ ਦੱਸਦਾ ਇਹਦਾ ਹਜੇ ਤੱਕ ਕੋਈ ਡਾਟਾ ਬਾਹਰ ਨਹੀਂ ਹੈ, ਨਾ ਹੀ ਇਹਦਾ ਟੈਸਟ ਟਿਊਬ ਵਿੱਚ ਕੋਈ ਐਸਾ ਡਾਟਾ ਪਾਇਆ ਗਿਆ ਜਿਹਦੇ ਵਿੱਚ ਕਿ ਇਹ ਮੈਡੀਕੇਸ਼ਨ ਨੇ SARS COVID-2 ਦੇ ਅਗੇਂਸਟ ਕੰਮ ਕੀਤਾ ਹੋਵੇ। ਬਾਕੀ ਹੋਰ ਮੈਡੀਕੇਸ਼ਨ ਜਿੱਦਾਂ ਰਾਈਬਾਵਿਰਿਨ ਜਾਂ ਟੈਮੀਫਲੂ ਜਿਹੜੀ ਕਿ ਇਨਫਲੂਐਂਜ਼ਾ ਦੇ ਲਈ ਦਿੱਤੀ ਜਾਂਦੀ ਆ, ਉਹਦਾ ਵੀ ਯੂਜ਼ ਹੋ ਰਿਹਾ ਹੈ ਹਸਪੀਟਲਸ ਵਿੱਚ, ਪਰ ਕੋਈ ਵੀ ਡਾਟਾ ਨਹੀਂ। ਤੇ ਟੈਮੀਫਲੂ ਦਾ ਮੈਂ ਇਹ ਦੱਸਦਾ ਕਿ ਜੇ ਤੁਹਾਨੂੰ ਫਲੂ ਆ ਫਿਰ ਹੀ ਤੁਹਾਨੂੰ ਲੈਣੀ ਚਾਹੀਦੀ ਆ, ਉਵੇਂ ਨਹੀਂ। ਬਾਕੀ ਜਿਹੜੀ ਵੱਡੀ ਮੈਡੀਕੇਸ਼ਨਸ ਹੋ ਰਿਹਾ ਉਹ ਆਪਾਂ ਡਿਸਕਸ ਕਰਾਂਗੇ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਜਲਦੀ ਵਾਪਸ ਮੁੜਦੇ ਹਾਂ। ਵੈਲਕਮ ਬੈਕ। ਸੋ ਆਪਾਂ ਗੱਲ ਕਰ ਰਹੇ ਸੀ ਮੈਡੀਕੇਸ਼ਨਸ ਦੀ। ਪਹਿਲਾਂ ਅਸੀਂ ਐਸੀਆਂ ਮੈਡੀਕੇਸ਼ਨਸ ਡਿਸਕਸ ਕੀਤੀਆਂ ਜਿਹੜੇ ਕਿ ਹੋਰ ਬਿਮਾਰੀਆਂ ਦੇ ਲਈ ਯੂਜ਼ ਹੋ ਰਹੀਆਂ ਸੀ, ਜਿਹੜੀਆਂ ਕਿ ਅਸੀਂ ਫਿਰ ਤੋਂ ਯੂਜ਼ ਕਰਨੀਆਂ ਸ਼ੁਰੂ ਕੀਤੀਆਂ ਕਰੋਨਾ ਵਾਇਰਸ 'ਤੇ। ਹੁਣ ਐਸੀਆਂ ਵੀ ਮੈਡੀਕੇਸ਼ਨਸ ਉੱਪਰ ਆ ਰਹੀਆਂ ਜਿਹੜੀਆਂ ਕਿ ਅਸੀਂ ਪਰਟੀਕੂਲਰਲੀ ਟਰਾਈ ਕਰ ਰਹੇ ਹਾਂ ਕਿ ਜਾਂ ਤਾਂ ਤੁਹਾਡਾ ਇਮਿਊਨ ਸਿਸਟਮ ਨੂੰ ਅਟੈਕ ਕਰਨ ਜਾਂ ਤੁਹਾਨੂੰ ਐਂਟੀਬਾਡੀਜ਼ ਦੇਣ ਦੀ। ਪਰ ਮੈਂ ਤੁਹਾਨੂੰ ਇਹ ਦੱਸਦਾ ਕਿ ਇਹ ਬਹੁਤ ਹੀ ਐਕਸਪੈਂਸਿਵ ਮੈਡੀਕੇਸ਼ਨਸ ਹੋਣਗੀਆਂ ਤੇ ਹਰ ਇੱਕ ਇਨਸਾਨ ਇਹ ਨਾ ਸੋਚੇ ਕਿ ਇਹ ਮੈਨੂੰ ਮਿਲ ਜਾਣੀਆਂ। ਸੋ ਇਹ ਯੂਜਲੀ ਰਿਸਟ੍ਰਿਕਟਿਡ ਹੋਣਗੀਆਂ ਕਾਫੀ ਜਿਹੜੇ ਸਿਕ ਪੇਸ਼ੈਂਟਸ ਉਹਨਾਂ ਲਈ। ਸੋ ਜਿੱਦਾਂ ਕਿ ਜਦੋਂ ਵੀ ਵਾਇਰਸ ਤੁਹਾਡੇ ਅੰਦਰ ਆਉਂਦੀ ਹੈ ਰਾਈਟ, ਤੇ ਇੱਕ ਹਿਊਮਨ ਇੱਕ ਇਨਸਟਿੰਕਟ ਕਹਿ ਲਓ ਕਿ ਤੁਹਾਡਾ ਇੱਕ ਰੱਬ ਵੱਲੋਂ ਇੱਕ ਚੀਜ਼ ਹੁੰਦੀ ਹੈ ਜਿਹੜੀ ਉਹ ਵਾਇਰਸ ਨੂੰ ਫੜ ਕੇ ਤੇ ਉਹਨੂੰ ਮਾਰਦੀ ਆ, ਉਹਨਾਂ ਫਾਈਟ ਕਰਦੀ ਹੈ, ਜਿਹਨੂੰ ਆਪਾਂ ਆਪਣਾ ਇਮਿਊਨ ਸਿਸਟਮ ਕਹਿੰਦੇ ਆ। ਤੇ ਇਮਿਊਨ ਸਿਸਟਮ ਪਰ ਜੇ ਇੱਕ ਹੱਦ ਤੱਕ ਰਹਿੰਦਾ ਤੇ ਉਹ ਠੀਕ ਆ, ਜੇ ਇੱਕ ਹੱਦ ਤੱਕ ਤੁਹਾਨੂੰ ਹੀ ਪ੍ਰੋਬਲਮਸ ਦਿੰਦਾ। ਸੋ ਇਸ ਲਈ ਜਿੱਦਾਂ ਕਿ ਆਪਾਂ ਲਾਸਟ ਵੀਕ ਡਿਸਕਸ ਕਰ ਰਹੇ ਸੀ, ਉਹਦੇ ਉੱਪਰ ਐਸੀ ਦਵਾਈ ਵੀ ਬਣੀ ਆ ਜਿਹੜੀ ਕਿ ਤੁਹਾਡੇ ਇਮਿਊਨ ਸਿਸਟਮ ਨੂੰ ਥੋੜਾ ਜਿਹਾ ਵੀਕ ਕਰਦੀ ਆ। ਉਹ ਇਸ ਲਈ ਵੀਕ ਕਰਦੀ ਆ ਕਿ ਉਸ ਟਾਈਮ ਤੇ ਤੁਹਾਡਾ ਅੰਦਰੂਨੀ ਜਿਹੜਾ ਫਾਈਟ ਆ ਉਹ ਸਮਝ ਲਓ ਕਿ ਕੋਈ ਵਾਇਰਸ ਆ ਤੁਹਾਡੇ ਅੰਦਰ ਆਈ
ਤੇ ਤੁਸੀਂ ਉਹਨੂੰ ਅਟੈਕ ਕਰਨ ਲੱਗੇ, ਪਰ ਜਦੋਂ ਤੁਸੀਂ ਉਹਨੂੰ ਅਟੈਕ ਕਰਦੇ ਜੋ ਨਾਲ ਤੁਹਾਡੇ ਸਰੀਰ ਨੂੰ ਵੀ ਅਟੈਕ ਹੁੰਦਾ। ਤੇ ਸੋ ਇਸ ਲਈ ਬਹੁਤ ਜ਼ਰੂਰੀ ਬਣ ਜਾਂਦਾ ਉਸ ਟਾਈਮ ਤੇ ਕਿ ਉਸ ਅਟੈਕ ਨੂੰ ਥੋੜਾ ਜਿਹਾ ਲਾਈਟ ਕਰ ਦਈਏ, ਤੇ ਉਹਨੂੰ ਅਸੀਂ ਜਿੱਦਾਂ ਕਹਿੰਦੇ ਆ ਇਮਿਊਨੋਮੋਡੂਲੇਟਰ ਏਜੰਟਸ ਜਾਂ ਐਂਟੀਸਾਈਟੋਕਿਨ ਥੈਰੇਪੀ, ਜਿੱਦਾਂ ਕਿ ਇੰਟਰਲੂਕਿਨਸ ਜਾਂ ਇੰਟਰਲੂਕਿਨ 6 ਆ, ਉਹਨਾਂ ਨੂੰ ਥੋੜਾ ਜਿਹਾ ਕੰਟਰੋਲ ਕਰੀਏ ਕਿ ਤੁਹਾਡਾ ਜਿਹੜਾ ਇਮਿਊਨ ਸਿਸਟਮ ਵੀਕ ਕਰ ਦਈਏ। ਉਹ ਕਿ ਜਿਹੜੀ ਅੰਦਰ ਤੁਹਾਡੇ ਬਿਲਡਅਪ ਹੋ ਰਹੀ ਆ, ਜਿਹੜੀ ਕਿ ਫਾਈਟ ਨੂੰ ਥੋੜਾ ਜਿਹਾ ਅਸੀਂ ਲਾਈਟ ਕਰ ਦਈਏ। ਬਟ ਤੁਸੀਂ ਸੋਚ ਸਕੋਗੇ ਜਦੋਂ ਅਸੀਂ ਇੱਦਾਂ ਕਰਦੇ ਹਾਂ ਤੇ ਅਸੀਂ ਤੁਹਾਨੂੰ ਵੀ ਓਪਨ ਅਪ ਕਰ ਦਿੰਦੇ ਹਾਂ ਹੋਰ ਮਾੜੀਆਂ ਇਨਫੈਕਸ਼ਨਸ ਦੇ ਲਈ। ਸੋ ਠੀਕ ਹੈ, ਇਹ ਦਵਾਈ ਚੱਲ ਰਹੀ ਆ, ਬਟ ਇਹ ਕਾਫੀ ਖਤਰਨਾਕ ਦਵਾਈ ਆ ਜਿਹੜੀ ਅਸੀਂ ਯੂਜ਼ ਕਰਦੇ ਹਾਂ ਹਸਪੀਟਲ ਵਿੱਚ। ਇੱਦਾਂ ਹੀ ਇੱਕ ਹੋਰ ਜਿਹੜੀ ਕਿ ਤੁਹਾਨੂੰ ਸੁਣਨ ਨੂੰ ਆਈ ਹੋਗੀ, ਕੋਵਲੈਸੈਂਟ ਪਲਾਜ਼ਮਾ ਦੀ ਗੱਲ ਹੋ ਰਹੀ ਆ। ਉਹ ਇਹ ਆ ਕਿ ਸਮਝੋ ਕਿ ਕੋਈ ਬੰਦਾ ਵਾ, ਉਹਨੂੰ ਕਰੋਨਾ ਵਾਇਰਸ ਹੋਈ ਸੀ, ਉਹਨੂੰ ਕਰੋਨਾ ਵਾਇਰਸ ਹੁੰਦੀ ਆ ਤੇ ਉਹਦਾ ਜਿਹੜਾ ਇਮਿਊਨ ਸਿਸਟਮ ਆ 5ਵੇਂ ਦਿਨ ਤੋਂ ਐਂਟੀਬਾਡੀਜ਼ ਬਣਾਉਣੀਆਂ ਸ਼ੁਰੂ ਕਰ ਦਿੰਦਾ, ਤੇ ਲੱਕਲੀ ਉਹ ਓਵਰਕਮ ਕਰ ਜਾਂਦਾ, ਉਹ ਫਾਈਟ ਕਰ ਜਾਂਦਾ। ਤੇ ਸਾਨੂੰ ਹੋਪ ਹੁੰਦੀ ਆ ਕਿ 20 ਦਿਨਾਂ ਤੱਕ ਉਹਦੇ ਅੰਦਰ ਕਾਫੀ ਐਂਟੀਬਾਡੀਜ਼ ਬਣ ਜਾਂਦੀਆਂ ਉਹ ਵਾਇਰਸ ਨੂੰ ਫਾਈਟ ਕਰਨ ਲਈ। ਤੇ ਜੇ ਆਪਾਂ ਉਸ ਬੰਦੇ ਦਾ ਬਲੱਡ ਐਕਸਟ੍ਰੈਕਟ ਕਰ ਲੈਂਦੇ, ਪਲਾਜ਼ਮਾ ਐਕਸਟ੍ਰੈਕਟ ਕਰ ਲੈਂਦੇ, ਉਹਦੇ ਵਿੱਚ ਕਾਫੀ ਐਂਟੀਬਾਡੀਜ਼ ਹੋਣਗੀਆਂ ਜਿਹੜੀਆਂ ਕਿ ਕਰੋਨਾ ਵਾਇਰਸ ਨੂੰ ਫਾਈਟ ਕਰਦੀਆਂ। ਤੇ ਹੁਣ ਜੇ ਦੂਜੇ ਬੰਨੇ ਐਸਾ ਮਰੀਜ਼ ਹੋਵੇ ਜਿਹੜਾ ਆਪਣੀ ਜ਼ਿੰਦਗੀ ਲਈ ਲੜ ਰਿਹਾ ਹੋਵੇ, ਉਹਨੂੰ ਅਸੀਂ ਉਹੀ ਪਲਾਜ਼ਮਾ ਦੇ ਦਈਏ ਤੇ ਉਹ ਐਂਟੀਬਾਡੀਜ਼ ਵਾਇਰਸ ਨੂੰ ਫਾਈਟ ਕਰ ਸਕਦੀਆਂ। ਸੋ ਇਹ ਹੁੰਦੀ ਆ ਕੋਵਲੈਸੈਂਟ ਪਲਾਜ਼ਮਾ ਜਾਂ ਇਮਿਊਨੋਗਲੋਬੁਲਿਨ ਥੈਰੇਪੀ ਜਿਹਨੂੰ ਅਸੀਂ ਕਹਿੰਦੇ ਆ। ਸੋ ਇਹਦੇ ਵੀ ਕਾਫੀ ਸਾਈਡ ਇਫੈਕਟਸ ਹੁੰਦੇ ਨੇ, ਕਿਉਂਕਿ ਆਪਾਂ ਹਰ ਇੱਕ ਨੂੰ ਕਿਸੇ ਦਾ ਵੀ ਬਲੱਡ ਨਹੀਂ ਦੇ ਸਕਦੇ, ਪਲਾਜ਼ਮਾ ਨਹੀਂ ਦੇ ਸਕਦੇ। ਸੋ ਹਾਈਲੀ ਸਿਲੈਕਟਿਵ ਹੁੰਦਾ ਕਿਹਦਾ ਪਲਾਜ਼ਮਾ ਕਿਸ ਨੂੰ ਮਿਲਦਾ, ਤੇ ਇਹ ਕਾਫੀ ਐਕਸਪੈਂਸਿਵ ਵੀ ਹੁੰਦਾ ਤੇ ਕਾਫੀ ਲਿਮਿਟਿਡ ਵੀ ਹੁੰਦਾ। ਤੇ ਇਹਦੇ ਉੱਪਰ ਕਾਫੀ 2 ਸਟੱਡੀਜ਼ ਆਈਆਂ ਚਾਈਨਾ ਤੋਂ, ਇੱਕ ਜਿਹਦੇ ਵਿੱਚ 5 ਪੇਸ਼ੈਂਟ ਸੀ, ਕਾਫੀ ਕ੍ਰਿਟੀਕਲੀ ਇਲ ਸੀ, ਪਰ ਉਹਨਾਂ ਨੂੰ ਜਦੋਂ ਪਲਾਜ਼ਮਾ ਮਿਲਿਆ ਉਹ ਠੀਕ ਹੋ ਗਏ। ਸੋ ਇਹ ਪ੍ਰੋਮਿਸਿੰਗ ਥੈਰੇਪੀ ਆ, ਬਟ ਇਹ ਹਰ ਇੱਕ ਨੂੰ ਸੋਚ ਲੈਣਾ ਚਾਹੀਦਾ ਕਿ ਇਹ ਹਰ ਇੱਕ ਲਈ ਨਹੀਂ, ਇਹ ਬਹੁਤ ਹੀ ਲਿਮਿਟਿਡ ਹੋਊਗੀ ਕਿ ਕਿੰਨਾ ਕਿ ਉਹਨਾਂ ਨੂੰ ਇਹ ਚੀਜ਼ ਮਿਲੂਗੀ। ਸੋ ਦਵਾਈਆਂ ਤੋਂ ਇਲਾਵਾ ਜਿਹੜੀ ਜ਼ਿਆਦਾ ਚੀਜ਼ ਪੁੱਛੀ ਜਾਂਦੀ ਉਹ ਆ ਵੈਕਸੀਨ ਬਾਰੇ, ਕਿਉਂਕਿ ਵੈਕਸੀਨ ਇੱਕ ਐਸੀ ਚੀਜ਼ ਹੈ ਜਿੱਦਣ ਇਹ ਬਾਹਰ ਆ ਗਈ, ਆਈ ਥਿੰਕ ਦੈਨ ਵੀ ਵਿਲ, ਆਪਾਂ ਸਾਰੇ ਕਾਮ ਲਈ ਕਹਿ ਸਕਦੇ ਹਾਂ ਯਾਰ ਹੁਣ ਅਸੀਂ ਕਾਮ ਹੋ ਸਕਦੇ ਹਾਂ ਕਿ ਇਹ ਚੀਜ਼ ਨਾਲ ਆਪਾਂ ਲੜ ਸਕਦੇ ਹਾਂ। ਪਰ ਓਨੈਸਟਲੀ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਕਿ ਹਜੇ ਤੱਕ ਕਿਸੇ ਨੂੰ ਵੀ ਨਹੀਂ ਪਤਾ ਕਿ ਵੈਕਸੀਨ ਕਦੋਂ ਆਊਗੀ। ਇਸ ਟਾਈਮ ਤੇ ਓਵਰ 20 ਵੈਕਸੀਨਸ ਆ ਜਿਹੜੀਆਂ ਕਿ ਕਲੀਨਿਕਲ ਟ੍ਰਾਇਲਸ ਜਾਂ ਡਿਵੈਲਪਮੈਂਟ ਵਿੱਚ ਨੇ, ਪਰ ਇਹਨਾਂ ਚੋਂ ਹਜੇ ਤੱਕ ਅਸੀਂ ਪ੍ਰੋਮਿਸਲੀ ਇੱਕ ਵੀ ਨਹੀਂ ਕਹਿ ਸਕਦੇ ਕਿ ਜਿਹੜੀ ਵਾਕਿਆ ਹੀ ਸਕਸੈਸਫੁਲ ਹੋਊਗੀ ਕਰੋਨਾ ਵਾਇਰਸ ਦੇ ਅਗੇਂਸਟ। ਲੱਕਲੀ ਜਿਹੜੀ ਪਹਿਲਾ ਟ੍ਰਾਇਲ ਸੀ ਉਹ ਅਮਰੀਕਾ ਵਿੱਚ ਹੀ ਸ਼ੁਰੂ ਕੀਤਾ ਗਿਆ ਸੀ, ਸਿਆਟਲ ਵਿੱਚ, ਤੇ ਇੱਥੋਂ ਤੱਕ ਕਿ ਐਨੀਮਲਸ ਦੇ ਉੱਪਰ ਵੀ ਟੈਸਟਿੰਗ ਨਹੀਂ ਹੋਈ ਸੀ ਜਦੋਂ ਕਿ ਇਹ ਵੈਕਸੀਨ ਲਾਂਚ ਕੀਤੀ ਗਈ ਸੀ। ਹੁਣ ਤੁਸੀਂ ਆਪੇ ਹੀ ਸੋਚ ਸਕਦੇ ਜੋ, ਜੇ ਤੁਸੀਂ ਇੱਕ ਹੈਲਥੀ ਅਮਰੀਕਨ ਜੋ, ਤੇ ਤੁਸੀਂ ਕੀ ਕਿਸੇ ਨੂੰ ਅਲਾਉ ਕਰੋਗੇ ਆਪਣੇ ਆਪ ਨੂੰ ਵੈਕਸੀਨ ਦੇਣ ਨੂੰ, ਸਪੈਸ਼ਲੀ ਜੇ ਤੁਸੀਂ ਯੰਗ ਪੇਸ਼ੈਂਟ ਜੋ, ਜਾਂ ਯੰਗ ਅਮਰੀਕਨ ਜੋ, ਜਾਂ ਯੰਗ ਕੈਨੇਡੀਅਨ ਜੋ, ਕਿ ਤੁਹਾਨੂੰ ਐਸੀ ਚੀਜ਼ ਮਿਲ ਜੇ ਜਿਹਦਾ ਅਜੇ ਤੱਕ ਇਹ ਵੀ ਨਹੀਂ ਪਤਾ ਹੋਵੇ ਕਿ ਇਹਦੇ ਸਾਈਡ ਇਫੈਕਟਸ ਕੀ ਨੇ। ਹੁਣ ਜਿੱਦਾਂ ਤੁਸੀਂ ਵੇਖੋ ਕਿ ਆਪਾਂ ਨੂੰ ਜਦੋਂ ਆਪਾਂ ਬੱਚੇ ਹੁੰਦੇ ਆ ਜਾਂ ਆਪਾਂ ਟੀਨੇਜ ਈਅਰਸ, ਆਪਾਂ ਨੂੰ ਵੈਕਸੀਨਸ ਮਿਲਦੀਆਂ, ਕਾਫੀ ਮਿਲਦੀਆਂ, ਪਰ ਉਹਨਾਂ ਸਾਰੀਆਂ ਪਿੱਛੇ ਆਲਮੋਸਟ ਡੈਕੇਡ ਤੋਂ ਵੱਧ ਕਲੀਨਿਕਲ ਰਿਸਰਚ ਹੁੰਦੀ ਆ। ਸੋ ਆਪਾਂ ਸੇਫਲੀ ਉਹ ਚੀਜ਼ ਲੈ ਰਹੇ ਹਾਂ, ਜਿੱਦਾਂ ਕਿ ਫਲੂ ਵੈਕਸੀਨ ਵੀ ਆ। ਸੋ ਇਸ ਵੈਕਸੀਨ ਦਾ ਆ ਤੇ ਜਾਊਗੀ, ਮੈਨੂੰ ਲੱਗਦਾ ਜਿੱਥੇ ਕਿ ਮੇਰਾ ਕਹਿਣਾ ਮੋਸਟ ਲਾਈਕਲੀ ਸਤੰਬਰ ਤੱਕ, ਪਰ ਅਗੇਨ ਇਟ ਵਿਲ ਬੀ ਲਿਮਿਟਿਡ ਟੂ ਜਿਹੜੇ ਕਿ ਮੈਡੀਕਲ ਪਰਸਨਲ ਆ, ਡਾਕਟਰਸ ਜਾਂ ਹੈਲਥ ਕੇਅਰ ਅਫੀਸ਼ੀਅਲਸ ਆ, ਉਹਨਾਂ ਦੇ ਲਈ। ਦੂਜੀ ਜਿਹੜੀ ਗੱਲ ਅੱਗੇ ਸੁਣਨ ਨੂੰ ਮਿਲਦੀ ਹੁੰਦੀ ਸਪੋਰਟਿਵ ਕੇਅਰ। ਕਿ ਸਪੋਰਟਿਵ ਕੇਅਰ ਕੀ ਹੁੰਦੀ ਹੈ, ਜਿਹਨੂੰ ਅਸੀਂ ਕਹਿ ਦਿੰਦੇ ਕਿ ਜੇ ਤੁਸੀਂ ਹਸਪੀਟਲ 'ਚ ਜਾਓ ਕਿ ਤੁਹਾਨੂੰ ਜੇ ਤੁਸੀਂ 20% ਵਿੱਚ ਜਿਨ੍ਹਾਂ ਦੇ ਕਾਫੀ ਸਿੰਪਟਮਸ ਜ਼ਿਆਦਾ ਹੋ ਜਾਂਦੇ ਆ ਕਿ ਜਿਹੜੇ ਘਰ ਡੀਲ ਨਹੀਂ ਕਰ ਸਕਦੇ, ਉਹਨਾਂ ਨੂੰ ਸਪੋਰਟਿਵ ਕੇਅਰ ਦੀ ਗੱਲ ਕਰਦੇ ਹਾਂ। ਸਪੋਰਟਿਵ ਕੇਅਰ ਇਹ ਹੁੰਦੀ ਆ ਕਿ ਦਵਾਈ ਕੋਈ ਨਹੀਂ ਤੁਹਾਨੂੰ ਮਿਲ ਰਹੀ ਜਿਹੜੀ ਕਿ ਕਰੋਨਾ ਵਾਇਰਸ ਨੂੰ ਡਿਫੀਟ ਕਰ ਰਹੀ ਆ, ਪਰ ਐਸੀਆਂ ਦਵਾਈਆਂ ਅਸੀਂ ਤੁਹਾਨੂੰ ਦੇ ਰਹੇ ਹਾਂ ਕਿ ਜਿਹੜੀਆਂ ਤੁਹਾਡਾ ਇਮਿਊਨ ਸਿਸਟਮ ਸਟਰੋਂਗ ਕਰਦੀਆਂ ਕਿ ਤੁਸੀਂ ਉਹ ਫਾਈਟ ਕਰ ਸਕੋ। ਜਿੱਦਾਂ ਕਿ ਆਪਾਂ ਪਿਛਲੇ ਵੀਕ ਡਿਸਕਸ ਕੀਤਾ ਸੀ, ਜਦੋਂ ਵੀ ਕੋਈ ਇਨਫੈਕਸ਼ਨ ਹੁੰਦੀ ਹੈ ਤੁਹਾਡਾ ਬਲੱਡ ਪ੍ਰੈਸ਼ਰ ਡ੍ਰੌਪ ਹੋ ਜਾਂਦਾ। ਸੋ ਫਲੂਇਡਸ ਬਹੁਤ ਹੀ ਜ਼ਰੂਰੀ ਹੋ ਜਾਂਦੇ ਆ ਜਦੋਂ ਵੀ ਕੋਈ ਪੇਸ਼ੈਂਟ ਇਨਫੈਕਸ਼ਨ ਨੂੰ ਫਾਈਟ ਕਰਦਾ ਹੁੰਦਾ, ਪਰ ਇੱਕ ਹੱਦ ਤੱਕ ਜੇ ਜ਼ਿਆਦਾ ਫਲੂਇਡ ਹੋ ਜਾਣ ਤੇ ਉਹ ਤੁਹਾਡੀ ਲੰਗਸ ਵਿੱਚ ਐਡੀਮਾ ਕਰ ਸਕਦੇ ਆ, ਉੱਥੇ ਬਿਲਡਅਪ ਹੋ ਸਕਦੇ, ਤੁਹਾਡੀ ਆਕਸੀਜਨੇਸ਼ਨ ਵਿੱਚ ਪ੍ਰੋਬਲਮ ਉਹ ਕਰ ਸਕਦੇ ਆ। ਇਸ ਲਈ ਅਸੀਂ ਫਲੂਇਡਸ ਵੀ ਦਿੰਦੇ ਆ, ਪਰ ਬਹੁਤ ਧਿਆਨ ਨਾਲ। ਇੱਦਾਂ ਹੀ ਟਾਈਨੋਲ ਦਿੱਤੀ ਜਾਂਦੀ ਆ, ਪੈਰਾਸੀਟਾਮੋਲ ਜਿਹਨੂੰ ਕਹਿ ਦਿਓ, ਕਿ ਜੇ ਕਿਸੇ ਨੂੰ ਬੁਖਾਰ ਜ਼ਿਆਦਾ ਹੋਵੇ ਤੇ ਉਹਨੂੰ ਉਹ ਮਿਲਦਾ ਕਿ ਉਹਦਾ ਬੁਖਾਰ ਲਾਈਟ ਕਰ ਦਈਏ ਤੇ ਉਹ ਆਪਣੀ ਜਿਹੜੀ ਸਰੀਰ ਦੀ એનર્ਜੀ ਪ੍ਰਜ਼ਰਵ ਕਰ ਸਕੇ। ਤੇ ਨਾਲੇ ਵੈਸੇ ਵੀ ਜਦੋਂ ਬੁਖਾਰ ਇੱਕ ਹੱਦ ਤੋਂ ਵੱਧ ਜਾਂਦਾ
ਤੁਹਾਡਾ ਜਿਹੜਾ ਅੰਦਰੂਨੀ ਐਸਿਡ ਬੇਸ बैलेंस है वो डिस्टर्ब हो जाता। सो एक वो भी चीज़ यूज़ करते हैं, नाले ऑक्सीजनेशन भी करते हैं, भावें वो वेंटिलेटर दे नाल होवे, भावें वो ईवन दो रिकमेंडेड नहीं है नेज़ो कैनुला दे नाल भावें दित्ती जावे। एक होर चीज़ जिहड़ी तुहानूं सुणन आऊगी वो आ प्रोन पोजिशनिंग। ਉਹਦਾ ਮਤਲਬ ਹੁੰਦਾ ਸਿੱਧਾ ਕਿ ਪੁੱਠਾ ਕਰਕੇ ਪਾ ਦਈਦਾ ਬੰਦੇ ਨੂੰ। ਉਹ ਨੋਰਮਲੀ ਅਸੀਂ ਰਿਜ਼ਰਵ ਕਰਦੇ ਹਾਂ ਜਿਹੜੇ ਹਾਈਲੀ ਸਿਕ ਪੇਸ਼ੈਂਟਸ ਹੁੰਦੇ ਆ, ਵੈਂਟੀਲੇਟਰ ਤੇ ਹੁੰਦੇ ਆ, ਜਿਨ੍ਹਾਂ ਨੂੰ ARDS ਜਿਹਨੂੰ ਕਹਿ ਦਿੰਦੇ ਆ, ਉਹ ਆ ਜਾਂਦੀ ਹੈ ਕਿ ਕਾਫੀ ਹਾਇਰ ਲੈਵਲ ਤੇ ਉਹਨਾਂ ਦੀ ਜਿਹੜੀ ਬਿਮਾਰੀ ਅੱਗੇ ਚੱਲ ਜਾਂਦੀ ਆ। ਉਹ ਇਸ ਲਈ ਕਰਦੇ ਆ ਕਿ ਜਦੋਂ ਅਸੀਂ ਕਿਸੇ ਨੂੰ ਪੁੱਠਾ ਕਰ ਦਿੰਦੇ ਆ, ਐਸੇ ਏਰੀਆਜ਼ ਲੰਗਸ ਦੇ ਅਸੀਂ ਆਕਸੀਜਨੇਟ ਕਰ ਪਾਉਂਦੇ ਹਾਂ ਜਿਹੜੇ ਪਹਿਲਾਂ ਨਹੀਂ ਹੋ ਰਹੇ ਸੀ। ਸੋ ਆਕਸੀਜਨੇਸ਼ਨ ਵਧਾਉਣ ਦੇ ਲਈ ਇੱਕ ਟ੍ਰਿਕ ਹੈ ਜਿਹੜਾ ਹਸਪੀਟਲ ਵਿੱਚ ਯੂਜ਼ ਕੀਤਾ ਜਾਂਦਾ। ਇੱਦਾਂ ਹੀ ਅਸੀਂ ਇਨਹੇਲਡ ਮੈਡੀਕੇਸ਼ਨਸ ਦੇ ਸਕਦੇ ਜਿਹੜੀਆਂ ਤੁਹਾਡੇ ਨੱਕ ਰਾਹੀਂ ਭਾਫ ਬਣ ਕੇ ਅੰਦਰ ਜਾਂਦੀਆਂ, ਜਿੱਦਾਂ ਕਿ ਨਾਈਟ੍ਰਿਕ ਆਕਸਾਈਡ ਹੋਈ, ਪ੍ਰੋਸਟਾਗਲੈਂਡਨਸ ਹੋਈ, ਜਿਹੜੇ ਕਿ ਤੁਹਾਡੀ ਆਕਸੀਜਨੇਸ਼ਨ ਵਿੱਚ ਹੈਲਪ ਕਰਦੇ ਨੇ। ਸੋ ਇਹ ਕਾਫੀ ਹੱਦ ਤੱਕ ਦਵਾਈਆਂ ਵਾ ਜਿਹੜੀਆਂ ਅਸੀਂ ਹੈਲਪ ਕਰਨ ਲਈ ਤੁਹਾਨੂੰ ਦਿੰਦੇ ਹਾਂ। ਕੁਛ ਐਸੀਆਂ ਚੀਜ਼ਾਂ ਵਾ ਜਿਹੜੀਆਂ ਅਸੀਂ ਹੁਣ ਤੱਕ ਵੇਖ ਲਿਆ ਕਿ ਇਹ ਵਾਕਿਆ ਨਹੀਂ ਕੰਮ ਕਰਦੀਆਂ। ਉਹਨਾਂ ਵਿੱਚੋਂ ਇੱਕ ਆ ਜਿੱਦਾਂ ਸਟੇਰੋਇਡਸ ਦਾ ਹੁਣ ਪੂਰਾ ਕਹਿ ਦਿੱਤਾ ਗਿਆ ਕਿ ਇਹ ਕਰੋਨਾ ਵਾਇਰਸ ਦੇ ਲਈ ਪੇਸ਼ੈਂਟਸ ਨੂੰ ਨਹੀਂ ਦਿੱਤਾ ਜਾਣਾ ਚਾਹੀਦਾ ਤੇ ਅਸੀਂ ਨਹੀਂ ਦੇ ਰਹੇ। ਸੋ ਇਹ ਸੀ ਮੈਡੀਕੇਸ਼ਨਸ ਜਿਹੜੀਆਂ ਕਿ ਹੁਣ ਤੱਕ ਅਸੀਂ ਯੂਜ਼ ਕਰ ਰਹੇ ਹਾਂ। ਹੁਣ ਦੂਜਾ ਜਿਹੜਾ ਵੱਡਾ ਕੁਐਸਚਨ ਆ ਉਹ ਖਾਸ ਕਰਕੇ ਸਾਡੀ ਜਿਹੜੀ ਕਮਿਊਨਿਟੀ ਆ ਉਹਨਾਂ ਦੇ ਲਈ ਆ, ਉਹ ਇਹ ਆ ਕਿ ਕਦੋਂ ਆਪਣਾ ਦੇਸ਼ ਵਾਪਸ ਨੋਰਮਲਿਸੀ ਵਿੱਚ ਆਊਗਾ, ਕਿਉਂਕਿ ਆਪਣੇ ਸਾਰਿਆਂ ਦੇ ਬਿਜ਼ਨਸਿਸ ਆ, ਭਾਵੇਂ ਕੋਈ ਹੋਟਲ ਬਿਜ਼ਨਸ 'ਚ ਆ, ਗੈਸ ਸਟੇਸ਼ਨ ਬਿਜ਼ਨਸ 'ਚ ਆ, ਜਾਂ ਉਹ ਡੇ ਟੂ ਡੇ ਜੋਬ ਕਰਦਾ ਵਾ, ਉਹਦੀ ਇਫੈਕਟਡ ਹੋਈ ਆ। ਸੋ ਮੈਂ ਤੇ ਉਹਨਾਂ ਦਾ ਇਹ ਹੁੰਦਾ ਕਿ ਆਪਣਾ ਕਦੋਂ ਦੇਸ਼ ਰੀਓਪਨ ਹੋਊਗਾ। ਤੇ ਮੈਂ ਅਨਫੋਰਚੂਨੇਟਲੀ ਤੁਹਾਨੂੰ ਇਹੋ ਕਹੂੰਗਾ ਕਿ ਰੀਓਪਨ ਕਰਨ ਲਈ ਪਹਿਲਾਂ ਕਲੋਜ਼ ਕਰਨਾ ਜ਼ਰੂਰੀ ਹੁੰਦਾ। ਹੁਣ ਤੁਸੀਂ ਇੰਡੀਆ ਦਾ ਲੈ ਲਓ, ਹੁਣ ਇੰਡੀਆ ਦੀ ਇੱਕ ਬੜੀ ਵਧੀਆ ਪ੍ਰਾਈਮ ਐਗਜ਼ਾਮਪਲ ਹੈ। ਹੁਣ ਗੋਆ ਵਿੱਚ ਅੱਜ ਰਿਪੋਰਟ ਆਈ ਕਿ ਕੋਈ ਵੀ ਨਵੇਂ ਕੇਸਿਸ ਨਹੀਂ ਤੇ ਸਾਰੇ ਜਿੰਨੇ ਪੁਰਾਣੇ ਕੇਸਿਸ ਆ ਉਹ ਸੋਲਵ ਹੋ ਚੁੱਕੇ ਆ। ਹੁਣ ਕੀ ਕਰਨਗੇ, ਸਮਝ ਲਓ ਕਿ ਇੰਡੀਆ ਵਿੱਚ ਟੋਟਲ ਲਾਕਡਾਊਨ ਆ। ਪਹਿਲਾਂ ਗੋਆ ਨੂੰ, ਜਿੱਦਾਂ ਗੋਆ ਵਿਦਆਊਟ ਓਪਨਿੰਗ ਇਟਸ ਬਾਰਡਰਸ, ਉਹਨਾਂ ਦੇ ਬਾਰਡਰ ਨਹੀਂ ਖੋਲਣਗੇ, ਗੋਆ ਨੂੰ ਖੋਲ ਦੇਣਗੇ ਕਿ ਅੰਦਰ ਇੰਟਰ ਸਟੇਟ ਤੁਸੀਂ ਜਿੱਥੇ ਮਰਜ਼ੀ ਹਿਲ ਜੁਲ ਲਓ। ਇੱਦਾਂ ਹੀ ਹੌਲੀ ਹੌਲੀ ਇੰਡੀਆ ਦਾ ਪੂਰਾ ਪਲਾਨ ਹੈ ਕਿ ਹੌਲੀ ਹੌਲੀ ਜਦੋਂ ਸਾਰੀਆਂ ਸਟੇਟਾਂ ਵਿੱਚੋਂ ਕਰੋਨਾ ਵਾਇਰਸ ਨਿਕਲ ਜੂਗੀ, ਦੈਨ ਇੰਡੀਆ ਨੂੰ ਸਾਰੇ ਨੂੰ ਖੋਲ੍ਹ ਦਿਓ, ਇੰਟਰਨੈਸ਼ਨਲ ਬਾਰਡਰਸ ਕਲੋਜ਼ਡ ਰੱਖੋ, ਜਿੰਨੇ ਵੀ ਇੰਪੋਰਟਸ ਆਉਂਦੇ ਆ ਉਹਨਾਂ ਨੂੰ ਪੂਰਾ ਸੈਨੀਟਾਈਜ਼ ਕਰੋ ਪੋਰਟਸ ਦੇ ਉੱਪਰ, ਤੇ ਫਿਰ ਉਹਨਾਂ ਨੂੰ ਦੇਸ਼ ਦੇ ਵਿੱਚ ਆਉਣ ਦਿਓ। ਤੇ ਫਿਰ ਹੌਲੀ ਹੌਲੀ ਇੰਟਰਨੈਸ਼ਨਲ ਉਹੀ ਕੰਟਰੀਆਂ ਨਾਲ ਓਪਨ ਕਰੋ ਜਿੱਥੇ ਕਰੋਨਾ ਵਾਇਰਸ ਦੀ ਕੇਸਿਸ ਜ਼ੀਰੋ ਨੇ। ਸੋ ਇਹ ਆ ਕਹਿ ਲਓ ਕਿ ਪ੍ਰਾਈਮ ਐਗਜ਼ਾਮਪਲ ਜੇ ਜਿੱਦਾਂ ਪਰਫੈਕਟ ਸਿਨੈਰੀਓ ਕਿ ਜੇ ਸਾਰਾ ਕੁਝ ਸਹੀ ਜਾਵੇ। ਹੁਣ ਅਮਰੀਕਾ ਦਾ ਤੇ ਇਸ ਤਰ੍ਹਾਂ ਵਾ ਕਿ ਸਟੇਟਾਂ ਇੱਕ ਦੂਜੇ ਨਾਲ ਕੰਮ ਹੀ ਨਹੀਂ ਕਰ ਰਹੀਆਂ। ਨਿਊਯਾਰਕ, ਨਿਊ ਜਰਸੀ, ਇਹਨਾਂ ਦੇ ਗਵਰਨਰ ਟੌਪ ਨਾਚ ਕੰਮ ਕਰ ਰਹੇ ਆ। ਨਿਊ ਜਰਸੀ ਖਾਸ ਕਰਕੇ, ਕਨੈਟਿਕਟ, ਪੈਂਸਿਲਵੇਨੀਆ, ਡੈਲਵੇਅਰ, ਰੋਡ ਆਈਲੈਂਡ, ਮੈਸੇਚਿਊਸੇਟਸ, ਬਹੁਤ ਹੀ ਵਧੀਆ ਇਹਨਾਂ ਨੇ ਇੱਕ ਪੈਕਟ ਬਣਾ ਕੇ ਇਕੱਠੇ ਤੋਰੇ ਨੇ। ਬਟ ਅਨਫੋਰਚੂਨੇਟਲੀ ਤੁਸੀਂ ਆਪੇ ਸੋਚੋ ਕਿ ਤੁਸੀਂ ਜਿੰਨਾ ਮਰਜ਼ੀ ਹਾਰਡ ਵਰਕ ਕਰ ਲਓ, ਪਰ ਜੇ ਤੁਹਾਡੀ ਤੀਜੀ ਸਟੇਟ ਵਰਜੀਨੀਆ, ਨਾਲ ਦੀ ਸਟੇਟ ਵੈਸਟ ਵਰਜੀਨੀਆ, ਉੱਥੇ ਤੁਸੀਂ ਲਾਕਡਾਊਨ ਨਹੀਂ ਕਰਦੇ, ਤੁਹਾਡੀ ਸਟੇਟ 'ਚ ਭਾਵੇਂ 0 ਕੇਸਿਸ ਹੋ ਜਾਣ, ਕੱਲ੍ਹ ਤੁਸੀਂ ਆਪਣੇ ਬਾਰਡਰ ਖੋਲ੍ਹ ਦੇਣੇ ਆ, ਉੱਥੋਂ ਪੇਸ਼ੈਂਟਸ ਆ ਜਾਣੇ ਆ। ਸੋ ਆਲ ਯੂਰ ਜਿਹੜਾ ਤੁਸੀਂ ਕਰ ਰਹੇ ਜੋ, ਤੁਸੀਂ ਆਪਣੇ ਵਾਇਰਸ ਨੂੰ ਸਪਰੈਸ ਕਰ ਰਹੇ ਜੋ, ਪਰ ਤੁਸੀਂ ਮਾਰ ਨਹੀਂ ਸਕਦੇ। ਸੋ ਜਿੱਦਾਂ ਕਿ ਅਮਰੀਕਾ ਕਰ ਰਿਹਾ ਆ, ਉਹਦਾ ਇਹੋ ਹੀ ਇੱਕ ਆਨਸਰ ਹੋਣਾ ਕਿ ਤੁਸੀਂ ਇੱਕ ਸਰਜ ਵੇਖੋਗੇ, ਫਿਰ ਤੁਸੀਂ ਦੂਜੀ ਸਰਜ ਵੇਖੋਗੇ, ਸ਼ਾਇਦ ਤੁਸੀਂ ਤੀਜੀ ਸਰਜ ਵੇਖੋਗੇ, ਚੌਥੀ ਸਰਜ ਵੇਖੋਗੇ। ਤੇ ਜੇ ਆਪਾਂ ਇੱਦਾਂ ਹੀ ਚੱਲਦੇ ਰਹੇ ਤੇ ਦੀ ਓਨਲੀ ਵੇ ਅਮਰੀਕਾ ਇਹ ਚੀਜ਼ ਚੋਂ ਬਾਹਰ ਨਿਕਲ ਪਾਊਗਾ ਉਹ ਆ ਜਾਂ ਤੇ ਵੈਕਸੀਨ ਬਾਹਰ ਆਵੇ ਜਾਂ ਕੋਈ ਮੈਡੀਕੇਸ਼ਨਸ ਬਾਹਰ ਆਵੇ। ਮੈਨੂੰ ਨਹੀਂ ਲੱਗਦਾ ਜਿਸ ਤਰ੍ਹਾਂ ਇੰਡੀਆ ਆਪਣਾ ਜਿਸ ਤਰ੍ਹਾਂ ਅਮਰੀਕਾ ਇਸ ਵੇਲੇ ਫੇਸ ਕਰ ਰਿਹਾ ਹੈ ਕਰੋਨਾ ਦੇ ਨਾਲ, ਆਈ ਡੋਂਟ ਥਿੰਕ ਕਿ ਕੋਈ ਵੀ ਵੇ ਹੈਗਾ ਕਿ ਉਹ ਇਸ ਨਾਲ ਲੜ ਸਕਦੇ ਨੇ। ਹੁਣ ਬਹੁਤ ਹੀ ਸੈਡ ਚੀਜ਼ ਜਿਹੜੀ ਪਿਛਲੇ ਕੁਝ ਦਿਨਾਂ 'ਚ ਬਾਹਰ ਆਈ ਆ, ਉਹ ਆ ਹੈਲਥ ਕੇਅਰ ਡਿਸਪੈਰਿਟੀਜ਼ ਦੇ ਉੱਤੇ। ਆਪਾਂ ਨੂੰ ਵੀ ਸਾਰਿਆਂ ਨੂੰ ਪਤਾ ਕਿ ਬਹੁਤ ਹੀ ਈਜ਼ੀ ਹੁੰਦਾ ਜੇ ਕਿਸੇ ਕੋਲ ਪੈਸੇ ਹੋਣ ਕਿ ਉਹ ਘਰੇ ਰਹਿ ਸਕਦਾ, ਉਹ ਆਪਣੇ EMPLOYEES ਨੂੰ ਕਹਿ ਸਕਦਾ ਤੁਸੀਂ ਕੰਮ ਕਰੋ। ਬਟ ਜਿਹੜੇ ਡੇ ਟੂ ਡੇ EMPLOYEES ਆ, ਜਿਹੜੇ ਗੈਸ ਸਟੇਸ਼ਨ ਵਰਕਰ ਆ, ਜਾਂ ਜਿਹਨਾਂ ਨੂੰ ਐਸੈਂਸ਼ੀਅਲ ਵਰਕਰਸ ਕਹਿ ਦਿੰਦੇ ਕਿ ਗੈਸ ਸਟੇਸ਼ਨ 'ਤੇ ਗੈਸ ਪਾਉਣ ਵਾਲੇ, ਗਰੋਸਰੀ ਸਟੋਰਾਂ 'ਚ ਕੰਮ ਕਰਨ ਵਾਲੇ, ਨਰਸਾਂ, ਨਰਸਿੰਗ ਏਡਸ, ਉਹਨਾਂ ਸਾਰਿਆਂ ਦਾ ਵਾਟ ਅਬਾਊਟ ਉਹਨਾਂ ਦਾ? ਉਹ ਸਾਰੇ ਐਸੀਆਂ ਕਮਿਊਨਿਟੀਜ਼ ਨੂੰ ਬਿਲੋਂਗ ਕਰਦੇ, ਯੂਜਲੀ ਬਰਾਊਨ ਕਮਿਊਨਿਟੀਜ਼ ਨੂੰ ਜਾਂ ਬਲੈਕ ਕਮਿਊਨਿਟੀਜ਼ ਨੂੰ, ਤੇ ਨਾਨ ਵਾਈਟ ਕਮਿਊਨਿਟੀਜ਼ ਨੂੰ ਬੇਸਿਕਲੀ ਬਿਲੋਂਗ ਕਰਦੇ ਆ। ਹੁਣ ਉੱਥੇ ਕੀ ਪਾਇਆ ਗਿਆ ਕਿ ਕਰੋਨਾ ਵਾਇਰਸ ਉਹਨਾਂ ਕਮਿਊਨਿਟੀਆਂ ਵਿੱਚ 3 ਟਾਈਮਸ ਮੋਰ ਆ, ਤੇ ਜਿਹੜੇ ਲੋਕਾਂ ਨੂੰ ਹੋ ਜਾਂਦੀ ਆ ਉਹਨਾਂ ਦੀ ਡੈਥ 6 ਟਾਈਮਸ ਮੋਰ ਆ ਦੈਨ ਵਾਈਟ ਕਮਿਊਨਿਟੀਜ਼। ਹੁਣ ਇਹ ਬਹੁਤ ਹੀ ਅਸਟੋਨਿਸ਼ਿੰਗ ਨੰਬਰ ਆ, ਤੇ ਇਹ ਚੀਜ਼ ਤੋਂ ਸਾਨੂੰ ਇੱਕੋ ਹੀ ਚੀਜ਼ ਜਿਹੜੀ ਕਿ ਸਿੱਖਣੀ ਚਾਹੀਦੀ ਆ ਉਹ ਇਹ ਆ ਕਿ ਫਿਊਚਰ, ਮੈਂ ਹੁਣ ਨਹੀਂ ਕਹਿੰਦਾ ਹੁਣ, ਪਰ ਫਿਊਚਰ ਵਿੱਚ ਜਿਹੜੇ ਆਪਣੇ ਬਰਾਊਨ ਕਮਿਊਨਿਟੀਜ਼ ਆ ਜਾਂ ਬਲੈਕ ਕਮਿਊਨਿਟੀਜ਼ ਆ, ਉੱਥੇ
ਹੋਰ ਡਾਕਟਰ ਕਲੀਨਿਕਸ ਬਣਨੀਆਂ ਚਾਹੀਦੀਆਂ, ਉੱਥੇ ਹੋਰ ਹਸਪੀਟਲ ਬਣਨੇ ਚਾਹੀਦੇ ਆ, ਉੱਥੇ ਫਾਸਟ ਫੂਡ ਰੈਸਟੋਰੈਂਟਸ 'ਤੇ ਲਿਮਿਟ ਪਾਉਣੀ ਚਾਹੀਦੀ ਆ, ਉੱਥੇ ਹੋਰ ਜਿਮ ਖੁੱਲ੍ਹਣੇ ਚਾਹੀਦੇ ਆ, ਕਿਉਂਕਿ ਉਹਨਾਂ ਵਿੱਚ ਹੀ ਇਹ ਵਾਇਰਸ ਇਸ ਵੇਲੇ ਸਭ ਤੋਂ ਜ਼ਿਆਦਾ ਡੈਡਲੀ ਸਾਬਿਤ ਹੋ ਰਹੀ ਹੈ ਅਮਰੀਕਾ ਵਿੱਚ। ਤੇ ਜਿਹੜੇ ਲੋਕ ਅਮਰੀਕਾ ਵਿੱਚ ਪ੍ਰਿਵਿਲੇਜ ਨੇ, ਜਿਹੜੇ ਕਿ ਜਿਨ੍ਹਾਂ ਕੋਲ ਸਭ ਕੁਝ ਹੈ, ਜਿਨ੍ਹਾਂ ਨੂੰ ਬਾਹਰ ਜਾਣ ਦੀ ਲੋੜ ਨਹੀਂ, ਉਹਨਾਂ ਨੂੰ ਅਸੀਂ ਫਿਰ ਰਿਕੁਐਸਟ ਕਰਦੇ ਹਾਂ ਕਿ ਪਲੀਜ਼ ਤੁਸੀਂ ਘਰੇ ਰਹੋ। ਤੇ ਅਗੇਨ ਉਹੀ ਟਿਪਸ ਅੱਗੇ ਆਉਂਦੇ ਆ ਕਿ ਪਲੀਜ਼ ਵੇਅਰ ਮਾਸਕਸ। ਜੇ ਤੁਸੀਂ ਬਾਹਰ ਜਾਂਦੇ ਹੋ ਨਿਊਯਾਰਕ ਵਿੱਚ ਤੇ ਮੈਂਡੇਟਰੀ ਕਰ ਦਿੱਤਾ, ਤੇ ਭਾਵੇਂ ਚਲੋ ਜੇ ਤੁਹਾਡੇ ਕੋਲ ਮਾਸਕ N95 N95 ਪਾਓ ਜਿਹੜਾ ਕਿ ਵਾਇਰਸ ਨੂੰ ਤੁਹਾਡੇ ਤੱਕ ਨਹੀਂ ਪਹੁੰਚਣ ਦਿੰਦਾ। ਜੇ ਤੁਸੀਂ ਉਹ ਨਹੀਂ ਪਾ ਸਕਦੇ ਤੁਸੀਂ ਐਟਲੀਸਟ ਸਰਜੀਕਲ ਮਾਸਕ ਪਾਓ ਜਿਹੜਾ ਵਾਇਰਸ ਨੂੰ ਬਾਹਰ ਨਹੀਂ ਜਾਣ ਦਿੰਦਾ। ਜੇ ਤੁਸੀਂ ਉਹ ਨਹੀਂ ਪਾ ਸਕਦੇ ਦੈਨ ਐਟਲੀਸਟ ਕੋਈ ਵੀ ਕਵਰ ਭਾਵੇਂ ਉਹ ਪੱਗ ਗਿਆ ਉਹ ਆਪਣੇ ਰਾਊਂਡ ਰੈਪ ਕਰ ਦਿਓ ਤੇ ਘਰੇ ਆਉਣ ਤੋਂ ਪਹਿਲਾਂ ਉਹਨੂੰ ਬਾਹਰ ਹੀ ਰੱਖ ਦਿਓ ਧੋਣ ਲਈ। ਬਾਕੀ ਕਾਫੀ ਟਾਈਮ ਹੋ ਗਿਆ, ਕਾਫੀ ਆਪਾਂ ਚੀਜ਼ਾਂ ਡਿਸਕਸ ਕੀਤੀਆਂ, ਤੇ ਜਾਂਦੇ ਜਾਂਦੇ ਮੈਂ ਤੁਹਾਡੇ ਨਾਲ ਇੱਕ ਥਾਟ ਸ਼ੇਅਰ ਕਰਨਾ ਚਾਹੁੰਦਾ ਕਿ ਕਿਉਂਕਿ ਪਿਛਲੇ ਆਲਮੋਸਟ 1 ਜਾਂ 2 ਹਫ਼ਤੇ ਤੋਂ ਆਈ ਥਿੰਕ ਕੋਈ ਵੀ ਐਸਾ ਦਿਨ ਨਹੀਂ ਸੀ ਜਿੱਥੇ ਮੇਰੇ ਕਿਸੇ ਫਰੈਂਡ ਦਾ ਮੈਨੂੰ ਫੋਨ ਨਹੀਂ ਆਇਆ ਜਾਂ ਮੈਸੇਜ ਨਹੀਂ ਆਇਆ ਕਿ ਯਾਰ ਮੈਨੂੰ ਵੀ ਕਰੋਨਾ ਹੋ ਗਈ, ਮੈਨੂੰ ਵੀ ਕੋਵਿਡ ਡਿਜ਼ੀਜ਼ ਹੋ ਗਿਆ ਅੱਜ। ਤੇ ਜਦੋਂ ਐਸੀ ਕੋਈ ਚੀਜ਼ ਹੁੰਦੀ ਹੈ ਪਹਿਲੇ ਥਾਟ ਮੇਰੇ ਅੰਦਰ ਆਉਂਦੀ ਕਿ ਵਾਹਿਗੁਰੂ, ਮੈਂ ਕਹਿੰਦਾ ਕਿ ਵਾਹਿਗੁਰੂ। ਫਿਰ ਦੂਜੀ ਮੈਨੂੰ ਇਹ ਆਉਂਦੀ ਹੈ ਕਿ ਯਾਰ ਕਿੱਦਾਂ ਉਹਦੇ ਨਾਲ ਕਿੱਦਾਂ ਹੋ ਗਈ, ਕਿਉਂਕਿ ਇਹ ਸਾਰੇ ਰੱਬ ਦੇ ਬੰਦੇ ਆ। ਆਈ ਮੀਨ ਜਿਹੜੇ ਮੇਰੇ ਕਹ ਲਓ ਕਿ ਬੈਸਟ ਫਰੈਂਡਸ ਆ ਜਾਂ ਫੇਵਰੇਟ ਲੋਕ ਨੇ ਦੁਨੀਆ ਜਿਨ੍ਹਾਂ ਨੇ ਕਦੇ ਵੀ ਕਿਸੇ ਦਾ ਮਾੜਾ ਨਹੀਂ ਕੀਤਾ, ਉਹਨਾਂ ਨੂੰ ਵੀ ਇਹ ਬਿਮਾਰੀ ਹੋ ਰਹੀ ਆ। ਤੇ ਫਿਰ ਤੀਜੀ ਗੱਲ ਮੈਨੂੰ ਇਹ ਆਉਂਦੀ ਹੈ ਜਦੋਂ ਮੈਂ ਮਿਸ਼ੀਗਨ ਵਿੱਚ ਵੇਖਦਾ ਵਾਂ ਲੋਕਾਂ ਨੂੰ ਬੰਦੂਕਾਂ ਲੈ ਕੇ ਆ ਗਏ, ਤੇ ਮੈਨੂੰ ਅੱਗੇ ਆਉਂਦਾ ਕਿ ਯਾਰ ਇਹਨਾਂ ਦੇ ਕਰਕੇ ਇੰਨੇ ਚੰਗੇ ਲੋਕ ਆਪਣੀ ਜਾਨ ਨਾਲ ਖੇਡਣ ਦੇ ਆ। ਸੋ ਮੈਂ ਫਿਰ ਤੁਹਾਨੂੰ ਇਹੋ ਚੀਜ਼ ਰਿਕੁਐਸਟ ਕਰਦਾ ਕਿ ਯਾਰ ਤੁਹਾਡੇ ਹੈਲਥ ਕੇਅਰ ਵਰਕਰਸ, ਤੁਹਾਡੇ ਡਾਕਟਰਸ ਬਹੁਤ ਹੀ ਨਾਈਸ ਲੋਕ ਨੇ, ਆਪਣੀ ਜਾਨ ਲਾ ਕੇ ਉੱਥੇ ਤੱਕ ਪਹੁੰਚੇ ਆ, ਉਹਨਾਂ ਦੀ ਜਾਨ ਦੀ ਰਿਸਪੈਕਟ ਕਰੋ ਪਲੀਜ਼। ਇਕੱਠੇ ਹੋ ਕੇ ਅਮਰੀਕਾ ਨੂੰ ਕੁਝ ਸਟੈਪਸ ਲੈਣੇ ਚਾਹੀਦੇ ਆ ਸੱਚੀ। ਵਿਦਆਊਟ ਅ ਪ੍ਰੋਪਰ ਲਾਕਡਾਊਨ ਆਪਾਂ ਇਹ ਬਿਮਾਰੀ ਨਾਲ ਇਸ ਵੇਲੇ ਨਹੀਂ ਲੜ ਸਕਦੇ, ਕਿਉਂਕਿ ਕੋਈ ਵੀ ਵੈਕਸੀਨ, ਕੋਈ ਵੀ ਦਵਾਈ ਨਹੀਂ, ਭਾਵੇਂ ਜਿੰਨਾ ਮਰਜ਼ੀ ਪ੍ਰੈਜ਼ੀਡੈਂਟ ਟਰੰਪ ਕਹੀ ਜਾਣ, ਭਾਵੇਂ ਜਿੰਨੀਆਂ ਮਰਜ਼ੀ CNN ਦੀਆਂ ਰਿਪੋਰਟਾਂ ਆਈ ਜਾਣ, ਟੈਸਟ ਟਿਊਬ ਵਿੱਚ ਇੱਕ ਦਵਾਈ ਕੰਮ ਕਰਨਾ ਅਲੱਗ ਗੱਲ ਆ, ਹਿਊਮਨਸ ਵਿੱਚ ਇੱਕ ਦਵਾਈ ਨੂੰ ਕੰਮ ਕਰਨਾ ਹੋਲ ਡਿਫਰੈਂਟ ਚੀਜ਼ ਆ। ਸੋ ਪਲੀਜ਼ ਸਟੇ ਹੋਮ। ਜਾਂਦੇ ਜਾਂਦੇ ਮੈਂ ਇਹੋ ਹੀ ਤੁਹਾਨੂੰ ਟਿਪਸ ਦਊਂਗਾ, ਪਲੀਜ਼ ਆਪਣਾ ਫੇਸ, ਆਪਣੀ ਆਈਜ਼, ਕਿਉਂਕਿ ਆਪਾਂ ਫੇਸ ਕਈ ਵਾਰੀ ਕਵਰ ਕਰ ਲੈਂਦੇ, ਆਈਜ਼ ਨਹੀਂ ਕਵਰ ਕਰਦੇ, ਗਲਾਸਿਸ ਨਾਲ ਆਈਜ਼ ਵੀ ਜ਼ਰੂਰ ਕਵਰ ਕਰਨੀਆਂ ਸ਼ੁਰੂ ਕਰੋ। ਜੇ ਤੁਸੀਂ ਘਰ ਰਹਿ ਸਕਦੇ ਜੋ ਘਰੇ ਰਹੋ। ਜਿੰਨੀਆਂ ਵੀ ਚੀਜ਼ਾਂ ਤੁਸੀਂ ਆਪਣੇ ਘਰ ਦੇ ਅੰਦਰ ਲੈ ਕੇ ਆਉਂਦੇ ਜੋ ਉਹਨਾਂ ਨੂੰ ਪ੍ਰੋਪਰਲੀ ਬਾਹਰ ਹੀ ਸਾਫ਼ ਕਰਕੇ ਫਿਰ ਘਰ ਦੇ ਅੰਦਰ ਲੈ ਕੇ ਆਓ। ਤੇ ਇਹੋ ਹੀ ਮੇਰੇ ਜਾਂਦੇ ਜਾਂਦੇ ਤੁਹਾਨੂੰ ਰਿਕੁਐਸਟ ਹੈ। ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਤੇ ਮਿਲਦੇ ਹਾਂ ਨੈਕਸਟ ਵੀਕ ਵਿਦ ਅਨਦਰ ਐਪੀਸੋਡ।